गुरु नानक पतत उदाहरण है। चौवर छतर तखत दे मालक साहिब श्री गुरु ग्रंथ साहिब जी की पावन हजूरी अंदर सज बैठी गुरु प्यारी खालसा साध संगत जी फतेह प्रवान करो। वाहिगुरू जी का खालसा वाहिगुरू जी की फतेह। धन धन श्री गुरु हरकृष्ण साहिब सच्चे पातशाह जी दे पावन अस्थान गुरुद्वारा श्री बंगला साहिब दिल्ली विखे आप सरबत संगतां हाजरीन हो। गुरु के वजीर साहिब ने आप संगत नूं तुर्की बाणी दा फरमान सरवण करवाया है, तो आओ इस अगमी फरमान की व्याख्या दे नाल जुड़ के अपने समय नूं जीवन नूं सफला करिए। सतनाम श्री वाहिगुरू साहिब जी। श्री राग महला पंजवा। सबे गल्ला विसरन इको विसर ना जाओ। श्री गुरु अर्जन देव महाराज जी की ये पवित्र रचना श्री गुरु ग्रंथ साहिब जी के अंदर 43 ਅਤੇ 44 अंग उपर दर्ज है। श्री राग दे विच उचारी गई ये बाणी है। गुरु अर्जन साहिब सच्चे पातशाह हुक्म करते ने अपने जीवन दे विच बेशक तैनू सब कुछ भुल जावे विसर जावे, तेरी सिमरती दे विच कुछ भी टिकिया ना रवे, बस एक गल दा ख्याल रखी, उस परमेश्वर दा नाम नहीं भुलना जिसने ये तैनू दौलत शोहरत रुतबे खुशियां खेड़े परिवार बख्शिया है। तो रब नू भुलण दा नुकसान ये भी है, कहंदे 84 लाख जूना दा गेड़ पै जांदा है। लालच बिख काम लुबद राता मन बिसरे प्रभ हीरे, भ्रमत फिरत बहु जन्म बिलाने तन मन तन नहीं धीरे। विकारां विच सारा जीवन लगा दिता, काम क्रोध लोभ मोह हंकार विच मोह माया विच पदार्थां विच। तो कहंदे इदां है भी जिवें कच दे नाल लगाव रखिया ते परमात्मा दा नाम जो हीरा सी छड्ड बैठा, हुण निरंकार नूं छड्डिया है। कहंदे संसार ते 84 लाख जूना विच भ्रमण करेगा, निरंकार नूं ते आया हुंदा ते उहदे चरनां विच निवास मिलदा। सो गुरु अर्जन साहिब कहंदे परमात्मा दा नाम कदाचित भी जहन चों भुलाउणा नहीं है। अगे महाराज कहंदे ने धंधा सब जलाए कै गुर नाम दिया सच सुआओ। धंधे दा भाव है धन दे देण वाला कारज। तो जदों तो गुरां ने अकाल पुरख दे
ਨਾਮ ਦੀ ਦਾਤ ਬਖਸ਼ੀ ਹੈ। ਕਹਿੰਦੇ ਨਾਮ ਚੋਂ ਇੰਨਾ ਸਵਾਓ, ਇੰਨਾ ਰਸ ਆ ਗਿਆ, ਬਾਕੀ ਧੰਦੇ ਛੁੱਟ ਗਏ ਨੇ। ਹੁਣ ਹੋਰ ਕਿਸੇ ਧੰਦੇ ਚੋਂ ਰਸ ਨਹੀਂ ਆਉਂਦਾ, ਮਾਇਆ ਚੋਂ, ਪਰਿਵਾਰ ਚੋਂ ਰਸ ਨਹੀਂ ਆਉਂਦਾ। ਜਿਵੇਂ ਬਾਣੀ ਦਾ ਫਰਮਾਨ ਹੈ, ਰਾਮ ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੇ ਨਾਮ ਦਾ ਰਸ ਮਾਣ ਲਿਆ, ਉਹਨਾਂ ਨੂੰ ਸੰਸਾਰ ਦਾ ਰਸ ਫਿਰ ਚੰਗਾ ਨਹੀਂ ਲੱਗਦਾ। ਤੋ ਜਿਹਦੇ ਹੱਥ ਵਿੱਚ ਅੰਮ੍ਰਿਤ ਆ ਜਾਵੇ, ਜ਼ਹਿਰ ਉਹਨੂੰ ਨਹੀਂ ਭਾਵੇਗਾ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ। ਆਸਾ ਦਾ ਭਾਵ ਹੈ ਪ੍ਰਾਪਤੀ ਦੀ ਉਮੀਦ, ਇੱਛਾ। ਤੋ ਕਹਿੰਦੇ ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਦੀ ਇੱਛਾ ਮਨੋਂ ਲਾ ਦੇ, ਕਿਉਂਕਿ ਜੋ ਮੰਗੇਗਾ ਸਦੀਵੀ ਰਹਿਣ ਵਾਲਾ ਨਹੀਂ ਹੈ, ਇੱਕ ਨਾ ਇੱਕ ਦਿਨ ਹੱਥੋਂ ਜਾਵੇਗਾ। ਮਨ ਵਿੱਚ ਕੇਵਲ ਇੱਕ ਆਸ ਰੱਖ, ਚਾਹ ਰੱਖ, ਉਮੀਦ ਰੱਖ, ਪਰਮਾਤਮਾ ਦੀ ਪ੍ਰਾਪਤੀ ਹੋਵੇ। ਤੋ ਉਹਦਾ ਫਾਇਦਾ ਕੀ ਹੈ? ਮਿਟ ਗਈ ਚਿੰਤ, ਪੁੰਨੀ ਮਨ ਆਸਾ, ਕਰੀ ਦਇਆ ਸਤਿਗੁਰ ਗੁਣ ਤਾਸਾ। ਨਾਨਕ ਸਤਿਗੁਰ ਸੇਵਨ ਆਪਣਾ, ਸੇ ਆਸਾ ਤੇ ਨਿਰਾਸਾ। ਜਿਨ੍ਹਾਂ ਨਾਮ ਜਪਿਆ ਹੈ, ਗੁਰਾਂ ਦੀ ਸੇਵਾ ਕੀਤੀ ਹੈ, ਜਿਨ੍ਹਾਂ ਨੂੰ ਪਰਮਾਤਮਾ ਦੀ, ਗੁਰਾਂ ਦੀ ਪ੍ਰਾਪਤੀ ਹੋ ਗਈ, ਉਹਨਾਂ ਦੀ ਹਰ ਆਸ਼ਾ ਪੂਰੀ ਹੋਈ ਔਰ ਇੰਨਾ ਰੱਜ ਆ ਗਿਆ, ਮੰਗਣਾ ਵੀ ਮੁੱਕ ਗਿਆ। ਤੋ ਅਸੀਂ ਦਾਤਾਂ ਮੰਗਦੇ ਹਾਂ, ਜੇ ਰਾਜਾ ਘਰ ਆ ਜਾਵੇ ਤੇ ਰਾਜੇ ਦੇ ਪਿੱਛੇ ਸਭ ਖਜ਼ਾਨੇ ਵੀ ਆ ਜਾਂਦੇ ਨੇ। ਕਹਿੰਦੇ ਗੁਰੂ ਨੂੰ ਮੰਗ, ਅਕਾਲ ਪੁਰਖ ਨੂੰ ਮੰਗਿਆ ਕਰ, ਉਹ ਪਿੱਛੇ ਹੀ ਸਭ ਕੁਝ ਪ੍ਰਾਪਤ ਹੋ ਜਾਵੇਗਾ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਨੀ ਸਤਿਗੁਰ ਸੇਵਿਆ ਤਿਨ ਅੱਗੇ ਮਿਲਿਆ ਥਾਓ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕੀਤੀ ਹੈ, ਅੱਗੇ ਤੋਂ ਭਾਵ ਹੈ ਪਰਲੋਕ ਵਿੱਚ ਉਹਨਾਂ ਨੂੰ ਉੱਚ ਪਦਵੀ ਮਿਲੀ ਹੈ। ਤੋ ਜਿਵੇਂ ਇਹ ਦੁਨੀਆ ਹੈ ਸਥੂਲ ਅੱਖਾਂ ਦਾ ਵਿਸ਼ਾ, ਇੱਦਾਂ ਇਨਵਿਜ਼ੀਬਲ ਦੁਨੀਆ ਪਰਲੋਕ ਦੀ ਬਾਤ ਹੈ। ਇੱਕ ਇੰਗਲਿਸ਼ ਦਾ ਟੀਕਾਕਾਰ ਕਹਿੰਦਾ ਹੈ, ਦੋਜ਼ ਹੂ ਸਰਵ ਦਾ ਟਰੂ ਗੁਰੂ ਨਾਨਕ ਦੇ ਵਿਲ ਰਿਸੀਵ ਅ ਪਲੇਸ ਇਨ ਦਾ ਵਰਲਡ ਹੇਅਰ ਆਫਟਰ। ਇਹਦੇ ਤੋਂ ਅਗਲੀ ਦੁਨੀਆ ਵਿੱਚ ਵੀ ਮਾਣ ਮਿਲੇਗਾ, ਨਰਕਾਂ ਤੋਂ ਬਚੇਗਾ, ਪਰਲੋਕ ਵਿੱਚ ਵੀ ਰੁਤਬਾ ਮਿਲੇਗਾ। ਤੋ ਗੁਰੂ ਦੀ ਸੇਵਾ ਦਾ ਐਸਾ ਫਲ ਹੈ, ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਓ। ਆਗੈ ਦਰਗਹਿ ਮੰਨੀਐ ਮਿਲੈ ਨਿਥਾਵੈ ਥਾਓ। ਗੁਰਾਂ ਦੀ ਸੇਵਾ ਨਾਲ ਨਿਥਾਵਿਆਂ ਨੂੰ ਥਾਓ ਮਿਲ ਜਾਂਦਾ ਹੈ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮਨ ਮੇਰੇ ਕਰਤੇ ਨੋ ਸਲਾਹੇ। ਸੋਹੇ ਮੇਰੇ ਮਨ, ਗੁਰਾਂ ਦੀ ਸ਼ਰਨ ਜਾ ਕੇ ਕਰਤੇ ਅਕਾਲ ਪੁਰਖ ਦੇ ਗੀਤ ਗਾਇਆ ਕਰ। ਉਹ ਕਰਨਹਾਰ ਹੈ, ਉਹ ਕਰਤਾਰ ਹੈ, ਉਹ ਰਚਣ ਵਾਲਾ ਹੈ। ਤੋ ਉਹਦੀ ਸਲਾਹੁਤਾ ਕਰਿਆ ਕਰ, ਉਹਦੀ ਵਡਿਆਈ ਕਰਿਆ ਕਰ, ਜੈ ਜੈਕਾਰ ਕਰਿਆ ਕਰ। ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾਵਾਰ। ਉਹਦਾ ਨਾਮ ਸਲਾਹ ਜਿਹਦਾ ਅੰਤ ਨਹੀਂ ਹੈ। ਗੁਰ ਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦਵਾਰ। ਤੋ ਮੁਕਤੀ ਮਿਲੇਗੀ ਗੁਰੂ ਦੀ ਕਿਰਪਾ ਨਾਲ। ਮੁਕਤੀ ਕਿਸੇ ਪ੍ਰਕਾਰ ਦਾ ਵੀ ਬੰਧਨ ਹੋਵੇ ਮਿਲ ਜਾਂਦੀ ਹੈ। ਰੋਗਾਂ ਦੇ ਬੰਧਨ ਨੇ, ਸੋਗ ਹੈ, ਡਿਪਰੈਸ਼ਨ ਹੈ, ਕੋਈ ਚਿੰਤਾ ਹੈ,
ਤੋ ਪ੍ਰਤੱਖ ਚਾਹੇ ਪੈਰਾਂ ਦੀਆਂ ਬੇੜੀਆਂ ਨੇ ਜਾਂ 84 ਲੱਖ ਜੂਨਾਂ ਨੇ, ਮੋਖ ਪਦਵੀ ਮਿਲ ਜਾਂਦੀ ਹੈ। ਤੋ ਕਹਿੰਦੇ ਨਾਮ ਜਪਿਆ ਕਰ, ਪ੍ਰਮਾਤਮਾ ਦੀ ਸਲੋਤਾ ਕਰਿਆ ਕਰ। ਸਭੇ ਛੱਡ ਸਿਆਣਪਾ ਗੁਰ ਕੀ ਪੈਰੀ ਪਾਹੇ। ਇਹ ਉਹਨਾਂ ਲਈ ਵਿਸ਼ੇਸ਼ ਬਾਣੀ ਦਾ ਫੁਰਮਾਨ ਹੈ ਜਿਹੜੇ ਸਮਝਦੇ ਨੇ ਸ਼ਾਇਦ ਗਿਆਨ ਨਾਲ, ਸਿਆਣਪ ਨਾਲ ਰੱਬ ਮਿਲਦਾ ਹੈ। ਇਹ ਦੁਨਿਆਵੀ ਚਤਰਾਈ, ਸੁਜਾਨਤਾ, ਦਾਨਾਈ, ਛਲ ਕਪਟ, ਇਹ ਵਲਵਿੰਗ ਜਿੰਨੇ ਨੇ ਕਹਿੰਦੇ ਇਹ ਛੱਡ। ਇਹਨਾਂ ਦੇ ਨਾਲ ਗੁਰੂ ਪਰਮੇਸ਼ਰ ਨਹੀਂ ਮਿਲੇਗਾ। ਤੋ ਗੁਰੂ ਪਰਮੇਸ਼ਰ ਦੀ ਪ੍ਰਾਪਤੀ ਦਾ ਤਰੀਕਾ ਹੈ ਕਿਸੇ ਵੀ ਪ੍ਰਕਾਰ ਦਾ ਮਨ ਅੰਦਰ ਹੰਕਾਰ ਹੈ ਉਹਨੂੰ ਛੱਡ ਕੇ ਚਰਨ ਪਕੜ ਗੁਰਾਂ ਦੇ, ਤੋ ਫਿਰ ਤੇਰੇ ਤੇ ਰੀਝਣਗੇ। ਅਸੀਂ ਕਈ ਵਾਰ ਅਰਥਾਂ ਦਾ ਅਨਰਥ ਕਰਕੇ, ਬਾਣੀ ਨੂੰ ਤੋੜ ਮਰੋੜ ਕੇ, ਚਲਾਕੀਆਂ ਕਰਕੇ, ਗੁਰ ਇਤਿਹਾਸ ਗੁਰਬਾਣੀ ਦਾ ਖੰਡਨ ਕਰਕੇ ਸੋਚਦੇ ਆਂ ਵੀ ਇੱਦਾਂ ਗੁਰੂ ਖੁਸ਼ ਹੋਵੇਗਾ। ਧਰਮ ਭਾਵਨਾ ਤੇ ਖਲੋਤਾ ਹੈ, ਅੰਨੀ ਸ਼ਰਧਾ ਜਿਹਨੂੰ ਕਹਿੰਦੇ ਹੋ। ਤੋ ਤੁਹਾਨੂੰ ਮੂਰਖ ਬਣਾ ਦਿੱਤਾ ਗਿਆ ਜੀ। ਗੁਰੂ ਨਾਨਕ ਨੇ ਤੇ ਤਰਕ ਤੇ ਧਰਮ ਚਲਾਇਆ। ਗੁਰੂ ਗ੍ਰੰਥ ਸਾਹਿਬ ਵਿੱਚ ਤੇ ਸਿੱਧਾ ਲਿਖਿਆ ਤਰਕ ਨਾਚਾ। ਮੂਰਖ ਬੰਦੇ ਤਰਕ ਨਾ ਕਰ। ਤਰਕ ਦੀ ਦੁਨੀਆ ਸਾਇੰਸ ਦੀ ਦੁਨੀਆ ਹੈ। ਐਕਸਪੈਰੀਮੈਂਟ ਦਿਖਾਓ ਜੀ ਫਿਰ ਮੰਨਾਂਗੇ। ਧਰਮ ਕਹਿੰਦਾ ਪਹਿਲਾਂ ਮਨ ਫਿਰ ਦਰਸ਼ਨ ਦੇਵੇਗਾ। ਮਨ ਤਨ ਅਰਪ ਧਰ, ਹਰ ਪ੍ਰਕਾਰ ਦੀ ਸਿਆਣਪ ਛੱਡ ਦੇ, ਮਨ ਤੇ ਤਨ ਅਰਪਿਤ ਕਰ ਦੇ। ਦਾ ਅਰਥ ਕੀ ਹੈ? ਤਨ ਕਰਕੇ ਤੇ ਤੂੰ ਸੇਵਾ ਕਰਦਾ ਹੈ, ਮਨ ਕਰਕੇ ਵੀ ਗੁਰੂ ਦੀ ਮੰਨ। ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ। ਕਈ ਮੂਰਖ ਲੋਕ ਕਹਿੰਦੇ ਨੇ ਇਹਨਾਂ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦਾ ਸਾਧਨ ਬਣਾਤਾ ਕਿ ਪੜ੍ਹਿਆ ਨਹੀਂ ਹੈ। ਚਲੋ ਮੰਨ ਲਓ ਇੱਕ ਅਨਪੜ੍ਹ ਬੰਦਾ ਹੈ, ਕਿੱਦਾਂ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਨੂੰ? ਹੁਣ ਜੇ ਪੜ੍ਹੇਗਾ ਨਹੀਂ ਤੇ ਫਿਰ ਮੁਕਤੀ ਨਹੀਂ ਮਿਲਣੀ। ਜੇ ਕੇਵਲ ਪੜ੍ਹਨ ਤੇ ਸਮਝਣ ਦਾ ਹੀ ਵਿਸ਼ਾ ਹੈ, ਪੂਜਣ ਦਾ ਵਿਸ਼ਾ ਹੈ ਹੀ ਨਹੀਂ ਹੈ ਗੁਰੂ, ਤਾਂ ਫਿਰ ਅਨਪੜ੍ਹ ਬੰਦਾ ਕਿਵੇਂ ਪਾਰ ਲੱਗੇਗਾ? ਇੱਥੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਤੂੰ ਪੜ੍ਹਿਆ ਹੈ ਜਾਂ ਅਨਪੜ੍ਹ ਹੈ, ਜਿਹੜਾ ਗੁਰੂ ਦੀ ਪੂਜਾ ਵੀ ਕਰਦਾ ਹੈ ਉਹ ਵੀ ਮੁਕਤ। ਜਿਹੜਾ ਬਾਣੀ ਪੜ੍ਹ ਲਵੇ ਉਹ ਵੀ ਮੁਕਤ, ਜਿਹੜਾ ਬਾਣੀ ਸੁਣ ਲਵੇ ਉਹ ਵੀ ਮੁਕਤ। ਤੋ ਮਹਾਰਾਜ ਕਹਿੰਦੇ ਚਤੁਰਾਈਆਂ ਛੱਡ, ਇਹ ਵਾਕਸ਼ਲ ਸ਼ਬਦ ਜਾਲ ਨਾਲ ਲੋਕਾਂ ਨੂੰ ਉੱਲੂ ਬਣਾਉਣਾ ਛੱਡ। ਜੇ ਕਿਸੇ ਦੀ ਭਾਵਨਾ ਪੂਜਾ ਦੀ ਹੈ ਤੇ ਪੂਜਾ ਕਰਨ ਦੇ, ਜੇ ਕਿਸੇ ਦੀ ਭਾਵਨਾ ਬਾਣੀ ਸੁਣਨ ਦੀ ਹੈ ਤੇ ਸੁਣਨ ਦੇ, ਜੇ ਬਾਣੀ ਪੜ੍ਹਨ ਦੀ ਹੈ ਤੇ ਪੜ੍ਹਨ ਦੇ। ਜੇ ਕੋਈ ਦਰਸ਼ਨ ਹੀ ਕਰਨ ਜੋਗਾ ਹੈ ਤੇ ਉਹਨੂੰ ਦਰਸ਼ਨ ਹੀ ਕਰਨ ਦੇ, ਇੰਨੇ ਨਾਲ ਹੀ ਮੁਕਤੀ ਹੈ। ਗੁਰੂ ਨਾਨਕ ਜਿਨ ਸੁਣਿਆ ਭੇਖਿਆ ਸੇ ਫਿਰ ਗਰਵਾਸਨਾ ਭਰਿਆਰੇ। ਜਿੰਨੇ ਗੁਰੂ ਨਾਨਕ ਨੂੰ ਵੇਖ ਵੀ ਲਿਆ ਉਹ ਵੀ ਮੁਕਤ ਹੈ, ਉਹਦੇ ਵੀ ਰੋਗ ਸੋਗ ਮਿਟਦੇ ਨੇ। ਬਕਾਇਦਾ ਸ਼ਰਤ ਇੱਕ ਹੈ, ਭਾਵਨਾ ਹੋਵੇ। ਭਾਵਨਾ ਹੈ ਤੇ ਬਾਣੀ ਪੜ੍ਹੀ ਸਫਲੀ, ਬਾਣੀ ਸੁਣੀ ਸਫਲੀ, ਸੇਵਾ ਕੀਤੀ ਸਫਲੀ, ਦਰਸ਼ਨ ਕੀਤੇ ਸਫਲੇ। ਭਾਵਨਾ ਨਹੀਂ, ਜੇ ਕਿਤਾਬ ਸਮਝੋਗੇ ਗੁਰੂ ਗ੍ਰੰਥ ਸਾਹਿਬ ਨੂੰ ਤੇ ਪੱਲੇ ਕੁਝ ਨਹੀਂ ਪੈਣਾ। ਕਿਤਾਬਾਂ ਕੁਝ ਨਹੀਂ ਦਿੰਦੀਆਂ। ਇਹ ਕੌਣ ਹੈ? ਸਤਿਗੁਰ ਜਾਗਤਾ ਹੈ ਦਿਓ। ਇਹ ਸ਼ਬਦ ਹੈ, ਸ਼ਬਦ ਸੁਰਜੀਤ ਹੁੰਦਾ ਹੈ, ਜੜ ਨਹੀਂ ਹੁੰਦਾ, ਮੁਰਦਾ ਨਹੀਂ ਹੁੰਦਾ, ਜੀਵਨ 'ਚ ਤਬਦੀਲੀ ਲਿਆਉਂਦਾ ਹੈ। ਤੋ ਕਹਿੰਦੇ ਸਿਆਣਪ ਛੱਡ, ਗੁਰੂ ਦੀ ਪੂਜਾ ਕਰ। ਸਾਧ ਜਨਾ ਕੈ ਸੰਗ ਭਵਜਲ ਬਿਖਮ ਤਰ। ਤੋ ਜਦੋਂ ਇਉਂ ਸਾਧੂਆਂ ਦੀ ਸੰਗਤ ਬਹਿ ਕੇ ਗੁਰਾਂ ਦੀ ਪੂਜਾ ਕਰੇਗਾ ਤੋ ਦੁੱਖਾਂ ਦਾ ਸਾਗਰ ਤਰੇਗਾ। ਸੇਵਹੋ ਸਤਿਗੁਰ ਦੇਵ ਅੱਗੇ ਨਾ ਮਰਹੋ ਡਰ। ਸਤਿਗੁਰ ਜੋ ਦੇਵਤਿਆਂ ਤੋਂ ਵੀ ਵੱਡੇ ਦੇਵ ਗੁਰੂ ਨਾਨਕ ਨੇ, ਕਹਿੰਦੇ ਨੇ
ਉਹਨਾਂ ਦੀ ਸੇਵਾ ਕਰੇਗਾ ਤਾਂ ਤੇਰੇ ਜੀਵਨ ਵਿੱਚ ਕੋਈ ਡਰ ਨਹੀਂ ਰਹੇਗਾ। ਜਿਹੜੇ ਪੜ੍ਹ ਕੇ ਤਰਕ ਕੁਤਰਕ ਕਰਦੇ ਨੇ ਉਹਨਾਂ ਬਾਰੇ ਵੀ ਮਹਾਰਾਜ ਨੇ ਕਿਹਾ, ਪੜ੍ਹ ਪੜ੍ਹ ਭੂਲਹਿ ਚੋਟਾ ਖਾਹੇ, ਬਹੁਤ ਸਿਆਣਪ ਆਵਹਿ ਜਾਹੇ, ਨਾਮ ਜਪੈ ਭਉ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ। ਦੋਨੋਂ ਆਪਸ਼ਨਾਂ ਤੈਨੂੰ ਦੇ ਦਿੱਤੀਆਂ। ਇੱਕ ਪੜ੍ਹ ਕੇ ਤਰਕ ਕਰਨ ਵਾਲਾ ਹੈ ਤੇ ਦੂਜਾ ਗੁਰਮੁਖ ਹੈ ਜਿਹੜਾ ਸਿਰ ਨਿਵਾਉਂਦਾ ਹੈ ਗੁਰੂ ਨੂੰ। ਇੱਕ ਉਹ ਮੂਰਖਾਂ ਦਾ ਟੋਲਾ ਹੈ ਜਿਹੜਾ ਕਹਿੰਦਾ ਰੀਠੇ ਕਿਵੇਂ ਮਿੱਠੇ ਕਰਤੇ ਗੁਰੂ ਨਾਨਕ ਨੇ, ਤੋ ਇੱਕ ਉਹ ਗੁਰਮੁਖ ਨੇ ਜਿਹੜੇ ਰੀਠਾ ਸਾਹਿਬ ਜਾ ਕੇ ਅੱਜ ਵੀ ਰੀਠੇ ਛਕ ਕੇ ਆਉਂਦੇ ਨੇ। ਹੋਰ ਕਿਧਰੇ ਇਹ ਜ਼ਹਿਰ ਵਰਗਾ ਰੀਠਾ ਮਿੱਠਾ ਨਹੀਂ ਹੁੰਦਾ। ਇੱਥੇ ਤਖਤ ਉਹਨਾਂ ਨੂੰ ਮਿਲਦਾ ਹੈ ਜਿਹੜੇ ਹੁਕਮ ਮੰਨਦੇ ਨੇ। ਤਰਕ ਨੂੰ ਕਦੇ ਵੀ ਕੁਝ ਨਹੀਂ ਮਿਲਿਆ। ਗੁਰੂ ਨਾਨਕ ਸਾਹਿਬ ਨੇ ਵੇਂਦਿਆਂ ਛੱਪੜੀ ਵਿੱਚ ਗੜਵਾ ਸੁੱਟ ਦਿੱਤਾ ਜਲ ਵਾਲਾ। ਮਹਾਰਾਜ ਕਹਿੰਦੇ ਕੱਢੋ। ਤੋ ਜਿਹੜੇ ਪੜ੍ਹੇ ਲਿਖੇ ਬਹੁਤੇ ਸਿਆਣੇ ਸੀ ਉਹ ਕਹਿੰਦੇ ਜੇ ਕਢਾਉਣਾ ਸੀ ਤੇ ਸੁੱਟਿਆ ਕਿਉਂ ਹੈ, ਲੋੜ ਕੀ ਪਈ ਸੀ ਸੁੱਟਣ ਦੀ। ਬਾਬਾ ਲਹਿਣਾ ਦੌੜਿਆ ਛੱਪੜੀ ਵੱਲ, ਚਿੱਕੜ ਵੱਲ। ਤੋ ਪੜ੍ਹਿਆ ਲਿਖਿਆ ਆਖਿਆ, ਬਾਬਾ ਲਹਿਣਿਆ ਦਿਮਾਗ ਕੰਮ ਛੱਡ ਗਿਆ ਤੇਰਾ, ਇਹ ਕੀ ਪਤਾ ਹੈ ਗੁਰੂ ਨੂੰ ਕੀ ਹੋ ਗਿਆ, ਬਜ਼ੁਰਗੀ ਹੈ, ਬੁਢੇਪੇ ਵਿੱਚ ਕਈ ਗੱਲਾਂ ਵੱਧ ਘੱਟ ਹੋ ਜਾਂਦੀਆਂ। ਹੁਣੇ ਤੇ ਗੜਵਾ ਸਾਹਮਣੇ ਸੁੱਟਿਆ, ਜੇ ਲੋੜ ਸੀ ਤੇ ਸੁੱਟਿਆ ਕਿਉਂ। ਤੋ ਕਹਿੰਦੇ ਵੀ ਮੈਨੂੰ ਇਹ ਤੇ ਨਹੀਂ ਪਤਾ ਵੀ ਗੜਵਾ ਕਿਉਂ ਸੁੱਟਿਆ ਹੈ, ਮੇਰਾ ਕਰਮ ਹੈ ਗੁਰੂ ਦਾ ਹੁਕਮ ਵਜਾਉਣਾ। ਇਹਨੂੰ ਕੀ ਕਿਹਾ ਬਾਣੀ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਹੁਕਮ ਵਿੱਚ ਆਏ ਪ੍ਰਵਾਨ ਨੇ। ਗੁਰਤਾ ਗੱਦੀ ਕਿਹਨੂੰ ਮਿਲੀ, ਬਾਬੇ ਲਹਿਣੇ ਨੂੰ ਗੁਰੂ ਅੰਗਦ ਬਣਾਇਆ। ਜਿਹੜੇ ਸਿਆਣਪਾਂ ਝਾੜਦੇ ਸੀ ਨਾ ਕਿਉਂ ਗੜਵਾ ਸੁੱਟਿਆ, ਕਿਵੇਂ ਰੀਠੇ ਮਿੱਠੇ ਹੋ ਗਏ, ਕਿਵੇਂ ਪੰਜੇ ਨਾਲ ਪੱਥਰ ਰੋ ਗਿਆ, ਉਹਨਾਂ ਮੂਰਖਾਂ ਨੂੰ ਕੁਝ ਨਹੀਂ ਮਿਲਦਾ, ਨਾ ਉਦੋਂ ਮਿਲਿਆ ਨਾ ਅੱਜ ਮਿਲੇਗਾ। ਤੋ ਇੱਕ ਦੁਨੀਆ ਇਹਨਾਂ ਤਰਕਵਾਦੀਆਂ ਦੀ। ਤੋ ਬਹੁਤੀ ਸਿਆਣਪ ਝਾੜਨ ਵਾਲੇ ਕਹਿੰਦੇ ਆਵਹਿ ਜਾਹੇ। ਇੰਗਲਿਸ਼ ਦਾ ਟੀਕਾਕਾਰ ਇੱਕ ਲਿਖਦਾ ਹੈ, there are millions of reincarnations। ਤੋ ਇੱਦਾਂ ਦੇ ਜਿਹੜੇ ਲੋਕ ਨੇ, they comes and goes in these reincarnations again and again। 84 ਲੱਖ ਜੂਨਾਂ ਵਿੱਚ ਹੀ ਭੜਕਦੇ ਨੇ, ਰੁਤਬੇ ਨਹੀਂ ਮਾਣਦੇ। ਦੂਜੇ ਨੇ ਨਾਮ ਦਾ ਭੋਜਨ ਜਪਣ ਵਾਲੇ, ਦਿਨ ਰਾਤ ਨਾਮ ਅਭਿਆਸ ਕਰਨ ਵਾਲੇ, ਜਿਨ੍ਹਾਂ ਦੇ ਜੀਵਨ ਦਾ ਆਧਾਰ ਨਾਮ ਬਣ ਗਿਆ, ਜਿਨ੍ਹਾਂ ਦਾ ਭੋਜਨ ਹੀ ਨਾਮ ਬਣ ਗਿਆ। ਉਹਨਾਂ ਬਾਰੇ ਮਹਾਰਾਜ ਕਹਿੰਦੇ ਨੇ ਉਹ ਅਕਾਲ ਵਿੱਚ ਸਾਡੇ ਵਿੱਚ ਅਭੇਦ ਹੋ ਗਏ, ਕਿਉਂਕਿ ਉਹਨਾਂ ਨੇ ਹੁਕਮ ਮੰਨਿਆ। ਆ ਤੁਹਾਡੇ ਨਿਆਣੇ ਹੋਣ ਤੇ ਤਰੱਕੀ ਕਰੀ ਜਾਣ, ਪਿਓ ਕੁਝ ਆਖੇ ਤੇ ਕੁਝ ਕਰਨ, ਕਿੰਨਾ ਕੁ ਖੁਸ਼ ਹੋਊਗੇ। ਤੋ ਕੁਝ ਐਸੇ ਲਾਇਕ ਬੱਚੇ ਨੇ ਜੋ ਹੱਥ ਜੋੜ ਦੇਣ ਤੋ ਬਾਪੂ ਉਹਨਾਂ ਤੇ ਬੜਾ ਖੁਸ਼ ਰਹਿੰਦਾ ਵੀ ਆਗਿਆਕਾਰੀ ਨੇ ਸਭ ਕੁਝ ਇਹਨੂੰ ਦੇ ਦੇਣਾ, ਦੂਜਾ ਧੱਕੇ ਖਾਵੇ। ਤੋ ਤਰਕਵਾਦੀਆਂ ਦੇ ਧੱਕੇ ਖਾਣੇ ਨੇ। ਤੁਸੀਂ ਵੇਖਣਾ ਹੈ ਵੀ ਗੁਰਮੁਖਾਂ ਦੀ ਸੰਗਤ 'ਚ ਬਹਿਣਾ ਕਿ ਮੂਰਖਾਂ ਦੀ ਸੰਗਤ 'ਚ ਬਹਿਣਾ ਹੈ। ਤੋ ਮਹਾਰਾਜ ਕਹਿੰਦੇ ਸਿਆਣਪਾਂ ਛੱਡ ਦੇ, ਗੁਰਦੁਆਰੇ ਤੋਂ ਬਾਹਰ ਛੱਡ ਕੇ ਆਇਆ ਕਰ, ਇੱਥੇ ਸ਼ਰਧਾ ਭਾਵਨਾ ਸਿਰ ਝੁਕਾ ਕੇ ਗੁਰੂ ਦੀ ਸੇਵਾ ਕਰਿਆ ਕਰ। ਤੋ ਅੱਗੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿੰਦੇ ਨੇ, ਦੁੱਖ ਭੁੱਖ ਨਹਿ ਵਿਆਪਈ, ਜੇ ਸੁਖ ਦਾਤਾ ਮਨ ਹੋਏ। ਵਿਸ਼ਰਾਮ ਦੇ ਕੇ ਮਹਾਰਾਜ ਆਖਣ ਲੱਗੇ ਰਹਾਉ ਤੋਂ ਬਾਅਦ, ਕਹਿੰਦੇ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਸੁੱਖਾਂ ਦਾ ਦਾਤਾ ਹੈ, ਉਹਨਾਂ ਦੇ ਜੀਵਨ ਵਿੱਚ ਕਸ਼ਟ ਕਲੇਸ਼ ਦੁੱਖ ਨਹੀਂ ਆਉਂਦੇ। ਚਾਹੇ ਉਹ ਅਧਿਆਤਮਿਕ ਦੁੱਖ ਨੇ, ਚਾਹੇ ਆਦ ਭੌਤਿਕ ਦੁੱਖ ਨੇ, ਆਦ ਦੈਵਿਕ ਦੁੱਖ ਨੇ। ਸਰੀਰ ਨੂੰ ਕੋਈ ਰੋਗ ਆਇਆ, ਮਨ ਨੂੰ ਚਿੰਤਾ ਨੇ ਘੇਰ ਲਿਆ, ਕੋਈ ਨੇਚਰ ਦੇ ਤੌਰ ਤੇ ਹਾਲਾਤ ਐਸੇ ਬਣ ਗਏ, ਸੱਟ ਪੇਟ ਲੱਗ ਗਈ। ਤੋ ਇਉਂ ਜਿਤਨੇ ਵੀ ਪ੍ਰਕਾਰ ਦੇ ਦੁੱਖ ਨੇ
ਜਾਂ ਜਿਹੜੀ ਭੁੱਖ ਹੈ ਦੂਜੇ ਦਾ ਖੋਹ ਕੇ ਖਾ ਲਵਾਂ, ਦੂਜੇ ਦਾ ਹੱਕ ਮਾਰ ਲਵਾਂ, ਇਹ ਦੁਨੀਆ ਨੂੰ ਵਿਆਪਦੀ ਹੈ। ਜਿਨ੍ਹਾਂ ਨੂੰ ਸੁੱਖ ਦਾਤਾ ਚੇਤੇ ਹੈ, ਦੁੱਖ ਤੇ ਭੁੱਖ ਉਹਨਾਂ ਦੇ ਦੋਨੋਂ ਹੀ ਮਿਟ ਜਾਂਦੇ ਨੇ। ਅਕਾਲ ਪੁਰਖ ਦੀ ਕਿਰਪਾ ਨਾਲ ਰੱਜ ਆਉਂਦਾ ਹੈ, ਤਨ ਦੇ ਰੋਗ ਮਿਟਦੇ ਨੇ, ਮਨ ਦਾ ਸੋਗ ਮਿਟਦਾ ਹੈ, ਦੁੱਖ ਭੂਖ ਸੰਸਾ ਮਿਟਿਆ। ਗਾਵਤ ਪ੍ਰਭ ਨਾਮ ਸਹਿਜ ਸੂਖ ਆਨੰਦ ਰਸ ਪੂਰਨ ਸਭ ਕਾਮ। ਨਾਮ ਜਪਦੇ ਹਾਂ ਗੁਰੂ ਦੀ ਕਿਰਪਾ ਨਾਲ, ਕਹਿੰਦੇ ਪੂਰਨ ਕਾਮ, ਸਾਰੇ ਹੀ ਕੰਮ ਨੇਪਰੇ ਚੜ ਗਏ। ਦੁੱਖ ਭੁੱਖ ਜੀਵਨ ਚੋਂ ਜਾਂਦਾ ਰਿਹਾ, ਮਿਟ ਗਿਆ। ਤੋ ਜਿਨ੍ਹਾਂ ਨੂੰ ਨਾਮ ਦਾ ਆਸਰਾ ਏ ਉਹਨਾਂ ਦੇ ਕਾਰਜ ਸਿੱਧ ਹੋ ਜਾਂਦੇ ਨੇ। ਉਹਨਾਂ ਨੂੰ ਪਰਮਾਤਮਾ ਡਿੱਗਣ ਨਹੀਂ ਦਿੰਦਾ, ਡੋਲਣ ਨਹੀਂ ਦਿੰਦਾ। ਇੱਕ ਸ਼ਾਇਰ ਦੇ ਬੋਲ ਨੇ, ਕਹਿੰਦਾ ਵਹੀ रखेगा मेरे घर को बलाओं से महफूज, जो सजर से घोंसला गिरने नहीं देता। ਭਰੋਸਾ ਰੱਖ ਪਰਮਾਤਮਾ ਤੇ, ਜਿਹੜਾ ਰੁੱਖਾਂ ਤੇ ਲੱਗੇ ਹੋਏ ਆਲਣੇ ਨਹੀਂ ਡਿੱਗਣ ਦਿੰਦਾ, ਤੈਨੂੰ ਕਿੱਥੋਂ ਡਿੱਗਣ ਦਵੇਗਾ। ਤੋ ਗੱਲ ਭਾਵਨਾ ਤੇ ਟਿਕੀ ਹੈ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਿਤ ਹੀ ਕੰਮ ਨਾ ਸਿਜੀਐ ਜਾਂ ਹਿਰਦੈ ਸੱਚਾ ਸੋਏ। ਸਿਜੀਐ ਦਾ ਇੱਥੇ ਭਾਵ ਹੈ ਨਿਸਫਲ ਹੋਣਾ। ਤੋ ਕਹਿੰਦੇ ਜੇ ਤੁਹਾਡੇ ਅੰਦਰ ਪਰਮਾਤਮਾ ਦੀ ਜਾਤ ਟਿਕੀ ਹੈ, ਹਿਰਦੇ ਵਿੱਚ ਸੱਚ ਸਰੂਪ ਪਰਮਾਤਮਾ ਹੈ, ਤੇ ਤੇਰਾ ਕੋਈ ਵੀ ਆਰੰਭਿਆ ਕਾਰਜ ਨਿਸਫਲ ਨਹੀਂ ਹੋਵੇਗਾ, ਕੋਈ ਵਿਘਨ ਨਹੀਂ ਆਵੇਗਾ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਕਾਰਜ ਸਗਲੇ ਸਿੱਧ ਭਏ ਭੇਟਿਆ ਗੁਰ ਪੂਰਾ। ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਜਪਣ ਕਰਕੇ ਸਾਰੇ ਵਿਘਨ ਮਿਟ ਜਾਣਗੇ, ਸਾਰੇ ਕਾਰਜ ਤੇਰੇ ਸੌਰ ਜਾਣਗੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ। ਮਹਾਰਾਜ ਆਖਣ ਲੱਗੇ, ਜਿਨ੍ਹਾਂ ਦੇ ਸਿਰ ਉੱਤੇ ਤੇਰਾ ਹੱਥ ਹੈ ਪਰਮੇਸ਼ਵਰ, ਜਿਨ੍ਹਾਂ ਤੇ ਤੇਰੀ ਦਇਆ ਹੈ, ਜਿਹੜੇ ਤੇਰੀ ਸ਼ਰਨ ਰਹਿੰਦੇ ਨੇ, ਉਹਨਾਂ ਨੂੰ ਦੁਸ਼ਮਣ ਨਹੀਂ ਮਾਰ ਸਕਦਾ। ਨਦਰੇ ਨਿਆਮਤ ਹੋਵੇ ਤੇ ਉਹਨਾਂ ਦਾ ਕਾਲ ਵੀ ਕੁਝ ਨਹੀਂ ਵਿਗਾੜ ਸਕਦਾ। ਕਾਲ ਵੀ ਤੇਰੇ ਹੁਕਮ ਵਿੱਚ ਬੱਝਾ ਹੋਇਆ ਹੈ, ਤੇਥੋਂ ਬਾਹਰ ਨਹੀਂ ਹੈ। ਤੋ ਤੇਰੀ ਰੱਖਿਆ ਵਿੱਚ ਜਿਹੜੇ ਆ ਜਾਂਦੇ ਨੇ ਨਾ, ਉਹਨਾਂ ਦਾ ਵਾਲ ਵਿੰਗਾ ਨਹੀਂ ਹੁੰਦਾ। ਜਿਸ ਤੂੰ ਰਾਖੈ ਹੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰੈ। ਕੋਟ ਉਪਾਵ ਚਿਤਵਤ ਹੈ ਪ੍ਰਾਣੀ, ਸੋ ਹੋਵੈ ਜੇ ਕਰੈ ਚੋਰ ਵਿਡਾਣੀ। ਕਰੋੜਾਂ ਉਪਾਵ ਤੈਨੂੰ ਕੋਈ ਮਾਰਨ ਦੇ ਕਰੇ ਨਾ, ਪਰਮਾਤਮਾ ਤੇਰੇ ਵੱਲ ਹੋਵੇ ਤੇ ਕਹਿੰਦੇ ਤੇਰਾ ਕੁਝ ਨਹੀਂ ਵਿਗੜੇਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਗੱਲ ਕਹੀ ਸੀ ਔਰੰਗਜ਼ੇਬ ਨੂੰ, ਦੀਨਾ ਕਾਂਗੜ ਪਹੁੰਚ ਕੇ, ਕਹਿੰਦੇ 10 ਲੱਖ ਦਾ ਘੇਰਾ ਸੀ ਤੇਰਾ, ਤੂੰ ਇਹ ਦੇਖ ਤੇਰੀਆਂ ਫੌਜਾਂ ਦਾ ਗਰੂਰ ਟੁੱਟ ਗਿਆ, ਮੇਰੀ ਤਰਫ ਮੇਰੇ ਸੀਸ ਉੱਤੇ ਮੇਰੇ ਨਿਰਗੁਣ ਅਕਾਲ ਦਾ ਹੱਥ ਸੀ, ਨਿਰਗੁਣ ਸਰੂਪ ਦਾ ਹੱਥ ਸੀ। ਤੇਰੀਆਂ 10 ਲੱਖ ਫੌਜਾਂ ਮੇਰਾ ਇੱਕ ਵਾਲ ਨਹੀਂ ਵਿੰਗਾ ਕਰ ਸਕੀਆਂ। ਪਰਮਾਤਮਾ ਦਾ ਜਿੱਥੇ ਹੱਥ ਹੈ, ਅਗਰ ਯਕਬਰ ਆਇਦ ਦਹੋ ਦਹੇ ਹਜ਼ਾਰ, ਨਿਗਹਿਬਾਨ ਊਰਾ ਸ਼ਬਦ ਕਿਰਦਗਾਰ। ਉਹਦੀ ਨਜ਼ਰ ਸਵੱਲੀ ਚਾਹੀਦੀ ਹੈ। ਭਾਵੇਂ 1 ਲੱਖ ਤੇ ਭਾਵੇਂ 10 ਲੱਖ ਬੰਦਾ ਚੜ੍ਹ ਕੇ ਆ ਜਾਵੇ, ਪ੍ਰਭੂ ਰਖਵਾਲੀ ਕਰਨ ਵਾਲਾ ਹੋਵੇ ਤੇ ਕੁਝ ਨਹੀਂ ਹੁੰਦਾ। ਇਹ ਘੇਰੇ ਚੀਰ ਕੇ ਲੰਘ ਜਾਈਦਾ ਹੈ।
ਤੋ ਜਿੱਥੇ ਪ੍ਰਮਾਤਮਾ ਦੀ ਬਖਸ਼ਿਸ਼ ਹੈ ਉੱਥੇ ਕਰਾਮਾਤ ਵਰਤਦੀ ਹੈ। ਜਦੋਂ ਕਬੀਰ ਜੀ ਦਾ ਇਤਿਹਾਸ ਪੜ੍ਹਦੇ ਹਾਂ, ਸਿਕੰਦਰ ਲੋਧੀ ਭਾਰਤ ਵਰਸ਼ ਦਾ ਬਾਦਸ਼ਾਹ, ਭਗਤੀ ਲਹਿਰ ਦੇ ਮਹਾਂਪੁਰਸ਼ ਬਾਬਾ ਕਬੀਰ ਜੀ ਨੂੰ ਮਿਟਾਉਣਾ ਚਾਹੁੰਦਾ ਹੈ। ਗੁਰੂ ਅਰਜਨ ਸਾਹਿਬ ਬਾਣੀ ਵਿੱਚ ਮੋਹਰ ਲਾਉਂਦੇ ਨੇ, ਕਹਿੰਦੇ ਸੰਗਲਾਂ ਨਾਲ ਬੰਨ੍ਹ ਕੇ ਨਾ ਤੇ ਗੰਗਾ ਵਿੱਚ ਸੁੱਟਤਾ ਬਾਬਾ ਕਬੀਰ ਜੀ ਨੂੰ ਸਿਕੰਦਰ ਲੋਧੀ ਦੇ ਹੁਕਮ ਵਿੱਚ। ਗੰਗ ਗੁਸਾਇਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ। ਕਬੀਰ ਆਖਣ ਲੱਗੇ, ਮੈਂ ਮਨ ਕਰਕੇ ਤੇ ਡੋਲਦਾ ਹੀ ਨਹੀਂ, ਡਰਦਾ ਹੀ ਨਹੀਂ, ਮੇਰੇ ਤਨ ਦਾ ਨੁਕਸਾਨ ਕਰਕੇ ਕੀ ਕਰ ਲਵੋਗੇ। ਚਰਨ ਕਮਲ ਚਿਤ ਰਹਿਓ ਸਮਾਏ, ਮੇਰੇ ਜ਼ਿਹਨ ਵਿੱਚ ਖੁਦਾ ਪ੍ਰਗਟ ਹੈ, ਕੀ ਕਰ ਲਓਗੇ ਮੇਰਾ। ਪਰ ਖੈਰ ਉਹਨਾਂ ਨੇ ਸੁੱਟਤਾ ਗੰਗਾ ਵਿੱਚ। ਜਿਹੜੇ ਕਹਿੰਦੇ ਕਰਾਮਾਤ ਹੈ ਨਹੀਂ ਸਿੱਖੀ ਵਿੱਚ, ਉਹ ਪਰਦੇ ਖੋਲੋ ਕੰਨਾਂ ਦੇ। ਆਪਣੇ ਪਿਆਰਿਆਂ ਲਈ ਗੁਰੂ ਪਰਮੇਸ਼ਰ ਰੋਜ਼ ਕਰਾਮਾਤ ਕਰਦਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਗੰਗਾ ਕੀ ਲਹਿਰ ਮੇਰੀ ਟੂਟੀ, ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ। ਆਪਣੇ ਗਲੂਏ ਦੇ ਬੋਲ ਕਬੀਰ ਜੀ ਨੂੰ ਸਮਰਪਿਤ ਕਰਦੇ ਹੋਏ ਕਹਿੰਦੇ ਨੇ, ਕਹਿੰਦੇ ਗੰਗਾ ਦੀ ਐਸੀ ਲਹਿਰ ਆਈ ਵੀ ਜੰਜੀਰਾਂ ਟੁੱਟ ਗਈਆਂ, ਸੰਗਲ ਟੁੱਟ ਗਏ, ਤੇ ਕਬੀਰ ਜੀ ਨੂੰ ਇੱਦਾਂ ਗੰਗਾ ਦੇ ਜਲ ਨੇ ਉੱਪਰ ਬਿਠਾ ਲਿਆ ਜਿਵੇਂ ਕਮਲ ਦਾ ਫੁੱਲ ਉੱਤੇ ਤਰਦਾ। ਡੁੱਬਦਾ ਕਬੀਰ ਬਾਹਰ ਕੱਢਤਾ ਗੰਗਾ ਨੇ। ਹੁਣ ਇਹ ਪੰਕਤੀਆਂ ਨੂੰ ਕਿੱਥੇ ਲੈ ਜਾਓਗੇ ਵੀ ਕਰਾਮਾਤ ਹੈ ਨਹੀਂ ਹੈ। ਤੇ ਜੇ ਅਰਥ ਦਾ ਅਨਰਥ ਕਰੋਗੇ, ਤੋੜੋ ਮਰੋੜੋਗੇ, ਅੰਤਰੀਵ ਭਾਵ ਵੱਲ ਖਿੱਚੋਗੇ, ਤੇ ਕਿਵੇਂ ਸਾਬਤ ਕਰੋਗੇ ਵੀ ਬਾਹਰੀ ਅਰਥ ਨਹੀਂ ਹੁੰਦਾ, ਸਥੂਲ ਅਰਥ ਨਹੀਂ ਹੁੰਦਾ। ਤੋ ਗੰਗਾ ਦਾ ਜਲ ਨੌਕਾ ਵਰਗਾ ਬਣ ਗਿਆ। ਕਹੇ ਗੰਭੀਰ ਕਉ ਸੰਗ ਨਾ ਸਾਥ, ਜਲ ਥਲ ਰਾਕਨ ਹੈ ਰਘੁਨਾਥ। ਇੱਥੇ ਮੇਰਾ ਰੱਖਿਅਕ ਅਕਾਲ ਪੁਰਖ ਹੈ, ਉਹੀ ਰਘੂਵਰ ਦਾ ਰੱਖਿਅਕ ਹੈ, ਉਹੀ ਰਾਮਚੰਦਰ ਜੀ ਵਿੱਚ ਸਮਾਇਆ ਹੈ। ਤੋ ਐਸੇ ਪਰਮੇਸ਼ਵਰ, ਉਹਨਾਂ ਦੇ ਮੈਂ ਆਸਰੇ ਹਾਂ, ਉਹਨਾਂ ਨੇ ਮੇਰੀ ਰੱਖਿਆ ਕੀਤੀ ਹੈ। ਫਿਰ ਅੱਗ ਵਿੱਚ ਸਾੜਨਾ ਚਾਹਿਆ ਤੇ ਅੱਗ ਵੀ ਨਾ ਜਲਾ ਸਕੀ ਕਬੀਰ ਜੀ ਨੂੰ। ਫਿਰ ਉਹਨਾਂ ਦੀ ਆਪਣੀ ਬਾਣੀ ਗੌਂਡ ਰਾਗ ਵਿੱਚ ਲਿਖੀ ਹੋਈ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਤੋ ਉੱਥੇ ਜ਼ਿਕਰ ਮਿਲਦਾ ਹੈ, ਭੁਜਾ ਬਾਂਧ ਭਿਲਾ ਕਰ ਡਾਰਿਓ। ਕਹਿੰਦੇ ਬਾਹਾਂ ਬੰਨ ਲਈਆਂ, ਹਸਤੀ ਕਰੋਪ ਮੁੰਡ ਮਹਿ ਮਾਰਿਓ। ਸਿਕੰਦਰ ਲੋਧੀ ਦੇ ਹੁਕਮ ਵਿੱਚ ਮਸ਼ਕਾਂ ਬੰਨ ਕੇ, ਪੋਟਲੀ ਬੰਨ ਕੇ ਹਾਥੀ ਅੱਗੇ ਸੁੱਟ ਦਿੱਤਾ। ਤੇ ਹਾਥੀ ਨੂੰ ਹੁਕਮ ਹੋਇਆ ਵੀ ਕਬੀਰ ਨੂੰ ਮਿੱਧਣਾ ਹੈ। ਮਹਾਵਤ ਨੇ ਗੁੱਸੇ ਵਿੱਚ ਆ ਕੇ ਹਾਥੀ ਦੇ ਕੰਡੇ ਦੀ ਸੱਟ ਮਾਰੀ ਵੀ ਮਿੱਧ ਕਬੀਰ ਨੂੰ। ਹਸਤ ਭਾਗ ਕੈ ਚੀਸਾ ਮਾਰੈ, ਇਆ ਮੂਰਤ ਕੈ ਹਉ ਬਲਹਾਰੈ। ਕਹਿੰਦੇ ਹਾਥੀ ਚੀਕਾ ਮਾਰਦਾ ਹੋਰ ਕਿਧਰੇ ਦੌੜ ਗਿਆ, ਮੇਰੇ ਵੱਲ ਆਇਆ ਹੀ ਨਾ। ਬਲਹਾਰੇ ਜਾਵਾਂ ਉਸ ਪਰਮਾਤਮਾ ਦੀ ਮੂਰਤ ਤੋਂ ਜਿਹਨੇ ਮੈਨੂੰ ਰੱਖ ਲਿਆ। ਆਹੇ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ। ਫਿਰ ਕਾਜੀ ਨੇ ਜ਼ੋਰ ਲਾਇਆ, ਮਹਾਵਤ ਨੂੰ ਆਖਿਆ ਹਾਥੀ ਨੂੰ ਤੋਰ। ਰੇ ਮਹਾਵਤ ਤੁਝ ਡਾਰੋ ਕਾਟ, ਜੇ ਹਾਥੀ ਨੇ ਕਬੀਰ ਨੂੰ ਮਿੱਧਿਆ ਨਾ ਤੇ ਮਹਾਵਤ ਤੇਰੇ ਟੋਟੇ ਕਰ ਦਊਂ ਮੈਂ। ਇਹ ਕਾਜੀ ਨੇ ਧਮਕੀ ਦਿੱਤੀ ਹੈ। ਹੀ ਯੈਲਡ ਆਊਟ, ਗੁੱਸੇ ਵਿੱਚ ਬੋਲਿਆ, ਤਿਲ ਮਿਲਾ ਉੱਠਿਆ। I shall cut you into pieces, ਕਤਰਾ ਕਤਰਾ ਉਡਾ ਦਿਆਂਗਾ ਤੇਰਾ। ਕਬੀਰ ਜੀ ਕਹਿੰਦੇ ਇਸ ਹੈ ਤੁਰਾਵਹੁ ਘੱਲਹੁ ਸਾਟ। ਕਾਜੀ ਕਹਿੰਦਾ ਫਿਰ ਕੰਡੇ ਦੀ ਜ਼ੋਰ ਦੀ ਸੱਟ ਮਾਰ, ਇਹਨੂੰ ਤੋਰ। ਕਬੀਰ ਦਾ ਖੁਰਾ ਕੋਜ ਮਿਟਾਉਣਾ ਹੈ। ਹਸਨ ਨਾ ਤੋਰੈ ਧਰੈ ਧਿਆਨ ਅਚੰਭਾ ਹੈ। ਕਹਿੰਦੇ ਹਾਥੀ ਤੁਰਦਾ ਹੀ ਨਹੀਂ।
ਅਕਾਲ ਪੁਰਖ ਦੇ ਧਿਆਨ ਵਿੱਚ ਜਿਵੇਂ ਜੁੜ ਗਿਆ ਹੋਵੇ, ਵਾਕੈ ਹਿਰਦੈ ਵਸੈ ਭਗਵਾਨ। ਉਹ ਜਿਹੜਾ ਭਗਵਾਨ ਸਾਡੇ 'ਚ ਵਸਦਾ, ਕਹਿੰਦੇ ਉਹ ਹਾਥੀ ਵਿੱਚ ਤੇ ਉਹਦੀ ਜੋਤੀ ਹੈ ਨਾ, ਉਹਦਾ ਪ੍ਰੇਰਿਆ ਹੋਇਆ ਹਾਥੀ ਮੇਰੇ ਵੱਲ ਨਹੀਂ ਆ ਰਿਹਾ। ਜਦੋਂ ਦੂਜੀ ਵਾਰ ਵੀ ਨਿਸਫਲ ਗਈ ਖੇਡ, ਫਿਰ ਤੀਜੀ ਵਾਰ ਹੁਕਮ ਹੁੰਦਾ ਹੈ ਕਾਜੀ ਦਾ ਵੀ ਕਬੀਰ ਨੂੰ ਮਿਟਾਉਣਾ ਹੈ। ਕਬੀਰ ਕਹਿੰਦੇ ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੋਟ ਕੁੰਚਰ ਕੋ ਦੀਨਾ। ਕੀ ਅਪਰਾਧ ਸੀ ਮੇਰਾ? ਲੋਕਾਂ ਵੀ ਆਖਿਆ ਵੀ ਕੀ ਇਹਦਾ ਅਪਰਾਧ ਹੈ ਭਗਤ ਦਾ, ਤੁਸੀਂ ਹਾਥੀ ਦੇ ਸਾਵੇਂ ਸੁੱਟ ਦਿੱਤਾ ਹੈ ਮਰਨ ਦੇ ਲਈ। ਤੀਜੀ ਵਾਰ ਜਦੋਂ ਕਾਜੀ ਦੇ ਹੁਕਮ ਵਿੱਚ ਮਹਾਵਤ ਨੇ ਹਾਥੀ ਤੋਰਿਆ, ਕੁੰਚਰ ਪੋਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। ਉਹ ਹਾਥੀ ਨੇ ਹਮਲਾ ਤੇ ਕੀ ਕਰਨਾ ਹੈ, ਕਬੀਰ ਜੀ ਨੂੰ ਮੱਥਾ ਟੇਕਣ ਲੱਗ ਪਿਆ, ਵਾਰ-ਵਾਰ ਨਮਸਕਾਰ ਕਰਨ ਲੱਗਾ। ਪਰ ਸ਼ਰਾ ਵਿੱਚ ਅੰਨਾ ਕਾਜੀ ਸਮਝਦਾ ਹੀ ਨਹੀਂ ਹੈ ਇਸ ਕਰਾਮਾਤ ਨੂੰ। ਅੱਜ ਵੀ ਕਈ ਅੰਨੇ ਨੇ, ਸਾਇੰਸ ਦੇ ਗੀਤ ਗਾਈ ਜਾਂਦੇ ਨੇ, ਧਰਮ ਨੂੰ ਕੁਝ ਵੀ ਨਹੀਂ ਸਮਝਦੇ। ਇਹ ਸੋਚਦੇ ਹੀ ਨਹੀਂ ਵੀ ਜਿੱਥੇ ਧਰਮ ਦੀ ਖੇਡ ਹੈ ਉਹ ਖੁਦ ਖੁਦਾ ਗੁਰੂ ਨਾਨਕ ਦੀ ਪ੍ਰਗਟ ਕੀਤੀ ਹੈ, ਜਿਹਨੂੰ ਬਾਣੀ ਕਹਿੰਦੀ ਹੈ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਗੁਰੂ ਨਾਨਕ ਕਿਸ ਦਾ ਸੁਪਰੀਮ ਲਾਰਡ। ਤੋ ਸਾਇੰਸ ਤੁਹਾਡੇ ਮੇਰੇ ਵਰਗੇ ਦਿਮਾਗਾਂ ਦੀ ਉਪਜ ਹੈ। ਤੋ ਜਿਹੜਾ ਸਾਇੰਸ ਦਾ ਨਾਮ ਲੈ ਕੇ ਕਰਾਮਾਤ ਨੂੰ ਖੰਡਨ ਕਰਦੇ ਹੋ, ਉਹ ਸਾਇੰਸ ਤਕਰੀਬਨ ਹੀ ਧਰਮ ਨੂੰ ਅੱਜ ਮੰਨ ਰਹੀ ਹੈ। ਅੱਜ ਸਮਝ ਪੈ ਰਹੀ ਹੈ ਧਰਤੀ ਦਾ ਉਜਾੜਾ ਕਰ ਬੈਠੇ। ਗੁਰੂ ਨਾਨਕ ਕਹਿ ਗਏ ਧਰਤੀ ਹੋਰ ਪਰ ਹੈ, ਹੋਰ 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 ਧਰਤੀਆਂ ਨੇ ਲੱਭ ਰਹੇ ਨੇ ਲੋਕ। ਤੋ ਮੈਂ ਥੋੜ੍ਹੇ ਦਿਨ ਪਹਿਲਾਂ ਅਮਰੀਕਾ ਤੋਂ ਆਇਆ ਹੈ, ਉੱਥੇ ਸਮਾਗਮਾਂ ਦਾ ਦੌਰ ਚੱਲਿਆ ਤੇ ਮੈਂ ਜਾ ਕੇ ਆਇਆ ਸੀ ਉਹ ਜਿਹੜੀ ਨਾਸਾ ਹੈ ਫਲੋਰੀਡਾ ਦੇ ਵਿੱਚ, ਜਿੱਥੇ ਸਾਰੀ ਖੇਡ ਚੱਲਦੀ ਹੈ ਸਾਇੰਸ ਦੀ। ਤੋ ਬ੍ਰਹਿਮੰਡ ਨੂੰ, ਪਿੰਡ ਨੂੰ ਉਹ ਖੋਜ ਰਹੇ ਨੇ, ਜੋ ਕੁਝ ਗੁਰੂ ਨਾਨਕ ਸਾਹਿਬ 500 ਵਰ੍ਹਾ ਪਹਿਲਾਂ ਦੱਸ ਗਏ, ਬਿਨਾਂ ਕਿਸੇ ਟੈਲੀਸਕੋਪ ਤੋਂ ਖੰਡਾਂ ਬ੍ਰਹਿਮੰਡਾਂ ਦੀ ਬਾਤ ਉਹ ਪਾ ਗਏ। ਇਹ ਹੁਣ ਲੱਭ ਰਹੇ ਨੇ, ਕੋਸ਼ਿਸ਼ ਜਾਰੀ ਹੈ। ਤੋ ਸਮਝਿਓ, ਕਈ ਗਿਆਨ ਵਿੱਚ ਅੰਨੇ, ਕਈ ਸ਼ਰ੍ਹਾ ਵਿੱਚ ਅੰਨੇ, ਤੋ ਧਰਮ ਦੀ ਅਜ਼ਮਤ ਨੂੰ ਨਹੀਂ ਸਮਝ ਪਾਉਂਦੇ। ਤੋ ਕਹਿੰਦੇ ਕਾਜੀ ਨਾ ਸਮਝਿਆ, 3 ਬਾਰ ਪਤੀਆ ਭਰ ਲੀਨਾ, ਮਨ ਕਠੋਰ ਅਜੂ ਨਾ ਪਤੀਨਾ। 3 ਵਾਰ ਪਤਿਆਲਿਆ ਏ, ਪਰਖ ਲਈ ਹੈ ਕਰਾਮਾਤ ਮੇਰੀ। ਹਾਥੀ ਨੇ ਮੈਨੂੰ ਨਹੀਂ ਮਾਰਿਆ, ਪਰ ਕਾਜੀ ਦਾ ਮਨ ਪਤੀਜਦਾ ਹੀ ਨਹੀਂ ਹੈ, ਬੜਾ ਕਠੋਰ ਚਿੱਤ ਹੈ, ਇਹਨੂੰ ਸਮਝ ਨਹੀਂ ਪੈਂਦੀ। ਕਹੈ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮਹਿ ਜਨ ਕੀ ਜਿੰਦ। ਅਸੀਂ ਰਜੋ ਤਮੋ ਸਤੋ ਤੋਂ ਉੱਪਰ ਉੱਠੇ, ਬ੍ਰਹਮ ਦੀ ਅਵਸਥਾ ਤੁਰੀਆ ਅਵਸਥਾ ਵਾਲੇ ਹਾਂ। ਸਾਡਾ ਰਾਖਾ ਗੋਬਿੰਦ ਹੈ, ਧਰਤੀ ਦਾ ਪਾਲਕ ਹੈ, ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ। ਜਿੱਦਣ ਚੋਲਾ ਤਿਆਗਣ ਦਾ ਸਮਾਂ ਹੋਇਆ, ਭਗਤ ਖੁਦ ਚੋਲਾ ਛੱਡ ਜਾਂਦੇ ਨੇ, ਤੇ ਹਲੇ ਸਮਾਂ ਹੀ ਨਹੀਂ ਹੈ ਤੇ ਕਿਵੇਂ ਸਾਡਾ ਕੋਈ ਕੁਝ ਵਿਗਾੜ ਲਵੇ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ ਪ੍ਰਭ ਭਏ। ਸਹਾਈ ਜਿਨ੍ਹਾਂ ਦਾ ਰੱਬ ਸਹਾਇਕ ਹੈ, ਉਹਨਾਂ ਦੀਆਂ ਆਦੀਆਂ ਵਿਆਦੀਆਂ ਮਿਟ ਜਾਂਦੀਆਂ ਨੇ। ਰੱਬ ਤੇ ਇੰਨੀ ਤਾਕਤ ਵਾਲਾ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਉਹ ਚਾਹਵੇ ਯੂ ਵਿਲ ਬੀ ਪ੍ਰੀਜ਼ਰਵਡ ਇਵਨ ਵਿਦਾਊਟ ਦਾ ਬ੍ਰੈਥ ਆਫ ਲਾਈਫ। ਬਿਨਾਂ ਸਾਹਾਂ ਤੋਂ ਤੈਨੂੰ ਰੱਖ ਸਕਦਾ ਹੈ। ਗੁਰੂ ਪਰਮੇਸ਼ਰ ਕੋਲੇ ਤਾਕਤ ਹੈ, ਹੋਰ ਕਿਸੇ ਕੋਲ ਨਹੀਂ। ਜਿੱਥੇ ਗੁਰੂ ਦੀ ਗੱਲ ਆਈ, ਗੁਰੂ ਨਾਨਕ ਸਾਹਿਬ ਦੀ ਬਾਣੀ ਚਾਹੁੰਦਾ, ਮਿਰਤਕ ਕੋ ਪਾਇਓ ਤਨ ਸਾਸਾ, ਬਿਸ਼ਰਤ ਆਨ ਮਿਲਾਇਆ। ਪਸ਼ੂ ਪ੍ਰੇਤ ਮੁਗਧ ਭਏ ਸਰੋਤੇ, ਹਰ ਨਾਮਾ ਮੁਖ ਗਾਇਆ। ਪੂਰੇ ਗੁਰ ਕੀ ਦੇਖ ਵਡਾਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਕਹਿੰਦੇ ਗੁਰੂ ਦੀ ਕਰਾਮਾਤ ਹੈ, ਹੀ ਇਨਫਿਊਜ਼ਸ ਦਾ ਬ੍ਰੈਥ ਇਨਟੂ ਦਾ ਡੈਡ ਵਨਸ। ਮੁਰਦੇ ਨੂੰ ਗੁਰੂ ਨਾਨਕ ਸੁਰਜੀਤ ਕਰ ਦਿੰਦਾ ਹੈ। ਕੋਈ ਬਾਣੀ ਤੇ ਆਧਾਰ ਤੇ ਸਿੱਧ ਕਰੇ ਵੀ ਕਰਾਮਾਤ ਨਹੀਂ ਹੈ। ਯਾਦ ਰੱਖਿਓ, ਇਹ ਇੱਕ ਪੰਕਤੀ ਪੜ੍ਹ ਦਿੰਦੇ ਨੇ, ਬਿਨ ਸਤਿਗੁਰ ਕਿਨੈ ਨਾ ਪਾਇਓ, ਗੁਰਮੁਖ ਮਿਲੈ ਮਿਲਾਏ। ਬਿਨ ਨਾਵੇ ਪਹਿਨਣ ਖਾਣ ਸਭ ਬਾਦ ਹੈ, ਧਿਗ ਸਿੱਧੀ ਧਿਗ ਕਰਾਮਾਤ। ਅੱਗੇ ਤਰਕਾਰ ਹੈ ਕਰਾਮਾਤ ਨੂੰ, ਸਮਝਿਆ ਹੀ ਨਹੀਂ ਹੈ ਇੱਥੇ ਅਰਥ ਕੀ ਹੈ। ਮਹਾਰਾਜ ਕਹਿੰਦੇ ਨੇ
गुरु परमेश्वर जो खेड़े विच बख्श देण सिर नवा के प्राप्त कर लवो। तो गुरु परमेश्वर नूं छड्ड के जिहड़ा तुसीं करामात सिद्धि वरतदे हो त्रिकार है। ये करामात वरत के रब दे शरीक ना बनो। इत्थे बात पाई है उन्हां लोकां लई जिहड़े करामात वरत के लोकाई नूं डराउंदे सन, धमकाउंदे सन, अपनी पूजा प्रतिष्ठा करवाउण दे लई लोकां नाल धक्को जोरी करदे सन। जिवें सिद्धार्थ लोकां नूं डराउंदे सन टूणे टप्पे करके। तो महाराज कहंदे ने त्रिकार है इहो जी करामात ते। पर यह कह देना भी करामात हुंदी नहीं, ये सब तो वड्डा कुफर तोलिया जाता है। महाराज कहंदे करामात है पर भले लई वरत, किसे नाल धक्को जोरी ना कर। पुछो जी करामात है, कहंदे सगल पदार्थ अष्ट सिद्ध, नाम महारस माहे, सो प्रसन्न भय केसवा से जन हर गुण गाहे। आखण लगे जे तू नाम जपदा है, जे तेरे जहन विच नाम प्रगट है, द 8 मिराकुलस सुपरनैचुरल पावर्स आर इन द सुप्रीमली सबलाइम असेंस ऑफ द नाम। ये नाम चों प्राप्त हो जाणगियां तैनूं। तो बड़े बड़े डॉक्टर्स ने ये अर्थ कीते हुए ने नाम च हर करामात है। पुछो जी गुरमुखां को करामात है सिੱਖੀ विच। तो महाराज कहंदे गुरमुख अष्ट सिद्धि सब बुद्धि। गुरु नानक गुरमुखां नूं उच्च बुद्धि बख्शदे ने, सब सिद्धियां मिल जांदियां ने, सब करामातां मिल जांदियां ने। द गुरमुख obtains the 8 miraculous powers, supernatural powers। नाम जपण वाले गुर सब करामातां ने। फर्क ये है गुरमुख भले लई करामात वरतदे ने, मनमुख बंदे लोकां नूं दुख देण लई अजमत वरतदे ने, जोर वरतदे ने, अपनी पूजा प्रतिष्ठा लई जोर वरतदे ने। पुछो गुरु अर्जन साहिब विच करामात है? अच्छा तर्क वेखो किड्डा बचकाना। आखे जे करामात हुंदी ते फिर शहीदियां दी की लोड़ सी? फिर तती तवी ते गुरु अर्जन साहिब बह के क्यों शहीद हो गए? पहला ये पूछ लीए बाणी तो करामात है? दूणी चौणी करामात, सच्चे का सच्चा ढोआ, चारे जागे चौहों जुगी पंचायण आपे होआ। जिन्नी करामात दुनिया दे रहबरां विच है, उन्हां नालों दूणी चौणी करामात गुरु अर्जन विच है। गुरु अर्जन कौन है? भन मथुरा कश भेद नहीं गुर अर्जन, प्रतख हर गुरु अर्जन इज द प्रीवेडिंग लॉर्ड खुद आयो। तो ओदी करामात बेअंत है। सुपर नैचुरल पावर, मिराकुलस पावर, ये सब गुरु अर्जन दे पास ने। तो तुसी आखोगे फिर शहीदी क्यों दिती? इस गल का ख्याल रखियो। गुरु जदों भी करामात करदा है, भलाई लई करदा है, लोकाई लई करदा है, सिखां सेवकां लई करदा है, मनुखता लई करदा है। जदों अपने ते बात आउंदी है, तुसीं किसे भी गुरु पीर दा इतिहास पढ़ो, वो अपने ते आई बात करामात नाल नहीं टालेगा। गुरु नानक साहिब सच्चे पातशाह ने रीठे इस लई मिठे कीते, सिद्धा ने आख्या सी भुख लगी है। तो इर्द गिर्द कोई फल फुल्लां दा बूटा नहीं सी, रीठे ही सन, मिठे कर दिते, भला कीता। लोकाई दे सावें समस्या आ गई जल दी। वली कंधारी ने जल दा सोमा रोक लिया, झरना रोक लिया, पत्थर रोड़िया। ज्ञान नाल वो समझ नहीं रहा, वो नहीं सी चुक रहा। जदों ज्ञान नाल ना समझिया वली कंधारी, महाराज ने चट्टान रोक के करामात विखाई और झुक गया। जदों चरना विच आख्या उपरों जल दा झरना वगण दिओ, जो वट पाई है पत्थरां दी परां हटाओ, लोकाई तृप्त होवे, प्यासी मर रही है। गुरु ते जगह जगह करामात करदा है।
ਜਦੋਂ ਆਪਣੀ ਬਾਤ ਆਈ, ਜੇ ਗੁਰੂ ਅਰਜਨ ਸਾਹਿਬ ਤਤੀ ਤਵੀ ਤੇ ਬੈਠੇ ਅੱਗ ਠੰਡੀ ਕਰ ਦਿੰਦੇ, ਲੋਕਾਈ ਨੇ ਆਖਣਾ ਸੀ ਮੌਤ ਤੋਂ ਡਰ ਗਏ। ਲੋਕ ਪ੍ਰਤੱਖ ਹਰ ਕਹਿੰਦੇ ਸਨ। ਗੁਰੂ ਅਰਜਨ ਆਖਣ ਲੱਗੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਪੰਜਵੇਂ ਸਰੀਰ ਵਿੱਚ, ਪੰਜਵੇਂ ਜਾਮੇ ਵਿੱਚ ਜਿੰਨੀ ਸੇਵਾ ਕਰਨੀ ਸੀ ਅਕਾਲ ਪੁਰਖ ਤੇਰੀ ਅਕਾਲੀ ਜੋਤ ਨੂੰ ਲੈ ਕੇ ਮੈਂ ਕਰ ਲਈ। ਹੁਣ ਛੇਵੇਂ ਜਾਮੇ ਦੀ ਵਾਰੀ ਹੈ। ਇੰਨੀ ਉਮਰਾਂ ਲਿਖੀ ਸੀ, ਮੈਂ ਚੋਲਾ ਛੱਡਣ ਲੱਗਾ। ਅਵਤਾਰੀ ਪੁਰਸ਼ ਮਰਜ਼ੀ ਨਾਲ ਪ੍ਰਗਟ ਹੁੰਦੇ ਨੇ, ਮਰਜ਼ੀ ਨਾਲ ਜਾਂਦੇ ਨੇ, ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ। ਤੋ ਯਾਦ ਰੱਖਿਓ, ਕਰਾਮਾਤ ਆਪਣੇ ਲਈ ਨਹੀਂ ਕੀਤੀ ਜਾਂਦੀ, ਆਪਣੇ ਸੇਵਕਾਂ ਲਈ ਕੀਤੀ ਜਾਂਦੀ ਹੈ। ਕੌਣ ਨਹੀਂ ਜਾਣਦਾ? ਦਿੱਲੀ ਦਾ ਵਸਨੀਕ। ਲੋਕਾਈ ਦੇ ਰੋਗ ਸੋਗ ਗੁਰੂ ਹਰਕ੍ਰਿਸ਼ਨ ਹਰਦੇ ਨੇ ਤੇ ਆਪ ਚੋਲਾ ਤਿਆਗ ਦਿੰਦੇ ਨੇ ਬਚਪਨ ਵਿੱਚ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਫ਼ ਕਹਿੰਦੇ ਨੇ, ਸਤਿਗੁਰ ਮੇਰਾ ਬੇਮੁਹਤਾਜ, ਮਾਈ ਗੁਰੂ ਇਜ਼ ਟੋਟਲੀ ਇੰਡੀਪੈਂਡੈਂਟ। ਉਹ ਕਿਸੇ ਦੇ ਸਿਧਾਂਤ ਦਾ ਬੱਚਾ ਨਹੀਂ। ਦਿਲ ਕਰੇ ਕਰਾਮਾਤ ਕਰਦਾ ਹੈ, ਦਿਲ ਕਰੇ ਤੇ ਨਾ ਕਰੇ। ਸਤਿਗੁਰ ਮੇਰਾ ਸਬਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ। ਪੁਰਖ ਵਿਧਾਤਾ ਹੈ, ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਲਾਰਡ। ਉਹ ਖੁਦਾ ਹੈ, ਤੋ ਜੋ ਚਾਹੇ ਕਰ ਲੈਂਦਾ ਹੈ। ਯਾਦ ਰੱਖਿਓ, ਸ਼ਹਾਦਤਾਂ ਦਾ ਕਾਰਨ ਇਹ ਹੁੰਦਾ ਹੈ, ਨਿਰਗੁਣ ਸਰੂਪ ਅਨੁਸਾਰ ਜਿੰਨੀ ਉਮਰਾਂ ਲਿਖੀ ਹੈ। ਗੁਰੂ ਨਾਨਕ ਭੋਗ ਗਏ, ਗੁਰੂ ਅੰਗਦ ਭੋਗ ਗਏ, ਗੁਰੂ ਅਰਜਨ ਸ਼ਹਾਦਤ ਦੇ ਕੇ ਚਲੇ ਗਏ, ਗੁਰੂ ਹਰਗੋਬਿੰਦ ਭੋਗ ਗਏ। ਜਿਵੇਂ ਜਿਵੇਂ ਅਕਾਲ ਦੇ ਹੁਕਮ ਵਿੱਚ ਜਿੰਨੀ ਜਿੰਨੀ ਸੇਵਾ ਸੀ ਕੀਤੀ ਤੇ ਚੋਲਾ ਛੱਡ ਕੇ ਨਵਾਂ ਚੋਲਾ ਧਾਰਿਆ। ਜਦੋਂ ਸਿੱਖਾਂ ਸੇਵਕਾਂ ਦੀ ਬਾਤ ਆਈ ਤੇ ਫਿਰ ਕਰਾਮਾਤਾਂ ਦੀ ਭਰਮਾਰ ਲਾ ਕੇ ਰੱਖਿਆ ਕਰਦੇ ਰਹੇ। ਆਪ ਤਤੀ ਤਵੀ ਤੇ ਸੜੇ ਪੰਜਵੇਂ ਜਾਮੇ ਗੁਰੂ ਅਰਜਨ, ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ ਬਾਬਾ ਬਿਧੀ ਚੰਦ ਨੇ। ਬਲ ਦੇ ਭੱਠ ਵਿੱਚ ਬੈਠੇ ਨੇ, ਪੱਟੀ ਦੇ ਸ਼ਹਿਰ ਜਦੋਂ ਦਸ਼ਾਲੇ ਖੋਏ ਨੇ ਭਾਰਤ ਵਰਸ਼ ਦੀ ਮੁਗਲਿਆ ਸਲਤਨਤ ਦੇ ਹਾਕਮਾਂ ਕੋਲੋਂ। ਕਹਿੰਦੇ ਬਾਪੂ ਬੈਠਣ ਲੱਗਾ ਹਾਂ ਬਲ ਦੀ ਭੱਠ ਦੇ ਵਿੱਚ, ਰੱਖ ਲਈ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਆਪਣੇ ਤਨ ਉੱਤੇ ਠੰਡੇ ਜਲ ਦੀਆਂ ਗਾਗਰਾਂ ਪਵਾ ਰਹੇ ਸਨ। ਦੂਸਰੀ ਤਰਫ ਬਾਬਾ ਬਿਧੀ ਚੰਦ ਭੱਠ ਵਿੱਚ ਬੈਠਾ, ਇੱਕ ਰੋਮ ਨਹੀਂ ਸੜਨ ਦਿੱਤਾ ਮਹਾਰਾਜ ਨੇ। ਪੁੱਛੋ ਗੁਰੂ ਗ੍ਰੰਥ ਸਾਹਿਬ ਨੂੰ, ਇਹ ਹੋ ਸਕਦਾ ਹੈ? ਕਹੋ ਨਾਨਕ ਮੇਰਾ ਗੁਰ ਸਮਰੱਥ। ਮਾ ਗੁਰੂ ਇਜ਼ ਆਲ ਪਾਵਰਫੁਲ, ਨਥਿੰਗ ਇਜ਼ ਬਿਯੋਂਡ ਗੁਰੂ ਹਰਗੋਬਿੰਦ। ਇਹ ਕਰਾਮਾਤ ਹੈ। ਪਰ ਜਦੋਂ ਆਪਣੇ ਤੇ ਖੇਡ ਆਉਂਦੀ ਹੈ, ਉਹ ਕਹਿੰਦਾ ਕੀ ਹੋਇਆ? ਸਰੀਰ ਹੀ ਤਵੀ ਤੇ ਮਿਟਣ ਲੱਗਾ। ਮੈਂ ਨਿਰਗੁਣ ਜੋਤ ਹਾਂ, ਮੈਂ ਮਰਨ ਥੋੜ੍ਹੀ ਲੱਗਾ, ਮੈਂ ਦੁਨੀਆ ਤੇ ਪ੍ਰਗਟ ਹਾਂ। ਨਿਰਗੁਣ ਆਪ ਸਰਗੁਣ ਭੀ ਉਹੀ। ਸੋ ਆਪਣੇ ਪਿਆਰਿਆਂ ਦੀ ਰੱਖਿਆ ਕਰਾਮਾਤ ਦਿਖਾ ਕੇ ਕਰਦਾ ਹੈ, ਜਿਵੇਂ ਬਾਬਾ ਕਬੀਰ ਜੀ ਦੀ ਰੱਖਿਆ ਕੀਤੀ ਹੈ। ਯਾਦ ਰੱਖਿਓ, ਗੁਰੂ ਪਰਮੇਸ਼ਰ ਵਿੱਚ ਹੀ ਇਹ ਕਰਾਮਾਤ ਹੈ। ਗੁਰੂ ਨਾਨਕ ਦੇਵ ਗੋਵਿੰਦ ਰੂਪ, ਗੁਰੂ ਨਾਨਕ ਗੋਵਿੰਦ ਦਾ ਰੂਪ ਨੇ, ਜੋ ਚਾਹੇ ਕਰ ਲੈਂਦੇ ਨੇ। ਤੋ ਕਈ ਕਮਲੇ ਬੰਦੇ ਕਹਿੰਦੇ ਜੀ ਬ੍ਰਾਹਮਣ ਦੀ ਸ਼ਰਾਰਤ ਹੈ। ਗੁਰੂ ਨਾਨਕ ਸਾਹਿਬ ਨੂੰ ਆਖੇ ਦੇਵ ਲਾ ਕੇ ਗੁੰਮਰਾਹ ਕੀਤਾ ਸਿੱਖਾਂ ਨੂੰ। ਉਹ ਕਮਲਿਓ, ਅਲਫਾਜ਼ ਧਰਮਾਂ ਨਾਲ ਜੁੜੇ ਨਹੀਂ ਹੁੰਦੇ। ਭਾਸ਼ਾਵਾਂ ਇਹ ਹਰ ਦੇਸ਼ ਭੇਸ ਵਿੱਚ ਵਰਤੀਆਂ ਜਾਂਦੀਆਂ। ਜਿਵੇਂ ਹਿੰਦੂ ਵੀਰਾਂ ਦਾ ਰਾਮ ਸ਼੍ਰੀ ਰਾਮ ਚੰਦਰ ਮਹਾਰਾਜ ਹੈ, ਸਿੱਖ ਰਾਮ ਕਹਿੰਦੇ ਨੇ ਰਮਤ ਰਾਮ ਸਭ ਰਹਿਓ ਸਮਾਏ। ਜੋ ਸਾਰਿਆਂ 'ਚ ਸਮਾਇਆ ਰਾਮ ਹੈ, ਜੋ ਪਿੱਛੇ ਵੀ ਸੀ ਅੱਜ ਵੀ ਹੈ। ਇੱਕ ਯੁੱਗ ਦੇ ਰਾਮ ਦੀ ਬਾਤ ਨਹੀਂ ਸਿੱਖ ਕਰ ਰਹੇ। ਤੋ ਇੱਦਾਂ ਹੀ ਜਿਹੜਾ ਲਫ਼ਜ਼ ਦੇਵ ਹੈ, ਦੇਵਤਿਆਂ ਲਈ ਆਉਂਦਾ ਹੈ। ਸਿੱਖ ਜਗਤ ਵਿੱਚ ਇਹ ਲਫ਼ਜ਼ ਆਉਂਦਾ ਹੈ ਦੇਵਾਨ ਦੇਵ, ਦੇਵਤਿਆਂ ਤੋਂ ਵੀ ਵੱਡੇ ਦੇਵ ਗੁਰੂ ਨਾਨਕ। ਜਿਵੇਂ ਬਾਣੀ 'ਚ ਆਉਂਦਾ ਹੈ, ਮਹਾਰਾਜ ਆਖਣ ਲੱਗੇ ਗੁਰੂ ਦੇ ਤੁਲ ਕੋਈ ਦੇਵ ਨਹੀਂ ਹੈ, ਨਾ ਕੋਈ ਹੋ ਹੀ ਸਕਦਾ ਹੈ। ਕੋਈ ਡੈਮੀ ਗੋਡ, ਕੋਈ ਗੋਡ ਗੁਰੂ ਦੇ ਤੁਲ ਨਹੀਂ ਹੈ। ਸਭ ਤੇ ਵੱਡ ਸਮਰੱਥ ਗੁਰ ਦੇਵ। ਤੋ ਇੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਨਾਲ ਦੇਵ ਆਪ ਹੀ ਬਾਣੀ ਵਿੱਚ ਗੁਰਾਂ ਲਿਖਿਆ ਹੈ। ਫਿਰ ਪੜ੍ਹ ਦੇਵਾਂ, ਗੁਰੂ ਨਾਨਕ ਦੇਵ ਗੋਵਿੰਦ ਰੂਪ। ਗੁਰੂ ਨਾਨਕ ਅਕਾਲ ਸਰੂਪ ਨੇ, ਦਾ ਐਮਬੋਡੀਮੈਂਟ ਆਫ ਦਾ ਲਾਰਡ, ਹੀ ਇਜ਼ ਗੁਰੂ ਨਾਨਕ। ਸੋ ਇਹ ਅਜ਼ਮਤਾਂ ਦੇ ਸਹਿਤ ਰੱਖਿਆ ਕਰਨ ਵਾਲੇ ਨੇ। ਅੱਗੇ ਗੁਰੂ ਅਰਜਨ ਸਾਹਿਬ ਆਖਣ ਲੱਗੇ, ਸੁਖ ਦਾਤਾ ਗੁਰ ਸੇਵੀਐ, ਸਭ ਅਵਗੁਣ ਕੱਢੈ ਧੋਏ।
ਗੁਰੂ ਸੁੱਖਾਂ ਦਾ ਦਾਤਾ ਹੈ। ਜਿਹੜਾ ਜਿਹੜਾ ਵੀ ਸੇਵਾ ਕਰੇਗਾ, ਜਿੰਨੇ ਵੀ ਉਹਦੇ ਜੀਵਨ ਵਿੱਚ ਔਗਣ ਨੇ, ਐਬ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹ ਗੁਰੂ ਸਾਰੇ ਹੀ ਨਾਮ ਦੀ ਅਗਨ ਦੇ ਨਾਲ ਸਾੜ ਦਿੰਦਾ ਹੈ, ਨਾਮ ਦੇ ਜਲ ਦੇ ਨਾਲ ਧੋ ਦਿੰਦਾ ਹੈ। ਸੁਖ ਦਾਤਾ ਦੁੱਖ ਮੇਟਣੋ, ਸਤਿਗੁਰ ਅਸੁਰ ਸੰਘਾਰ, ਭਵਜਲ ਬਿਖਮ ਡਰਾਵਣੋ, ਨਾ ਕੰਦੀ ਨਾ ਪਾਰ। ਗੁਰੂ ਹੀ ਭਵਸਾਗਰ ਡਰਾਉਣੇ ਤੋਂ ਪਾਰ ਕਰਦਾ ਹੈ। ਸਤਿਗੁਰ ਭੈ ਕਾ ਬੋਹਿਤਾ ਨਦਰੀ ਪਾਰ ਉਤਾਰ। ਰੋਗਾਂ ਸੋਗਾਂ ਨੂੰ, ਵਿਕਾਰਾਂ ਨੂੰ ਮਿਟਾ ਕੇ ਨਿਰਮਲ ਜੋਤ ਕਰਕੇ ਦੁਨੀਆ ਤੋਂ ਪਾਰ ਲੈ ਜਾਂਦਾ ਹੈ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ, ਸੇਵਾ ਮੰਗੈ ਸੇਵਕੋ, ਲਾਇਆ ਆਪਣੀ ਸੇਵਾ। ਅਸੀਂ ਤੇਰੇ ਸੇਵਕ ਹਾਂ, ਇਹ ਬੇਨਤੀ ਕਰੋ। ਐ ਗੁਰਦੇਵ ਸਾਨੂੰ ਸੇਵਾ ਵਿੱਚ ਲਾ। ਦੂਸਰਾ ਭਾਵ ਹੈ, ਆਪਣੇ ਸੇਵਕਾਂ ਦਾ ਹੀ ਸੇਵਕ ਬਣਾ ਲੈ। ਜੇ ਸਾਡੇ ਬਹੁਤੇ ਚੰਗੇ ਭਾਗ ਨਹੀਂ ਵੀ ਤੇਰੇ ਦਰ ਦੇ ਸੇਵਾਦਾਰ ਪ੍ਰਵਾਨ ਹੋਈਏ, ਤੇ ਕਿਸੇ ਸੇਵਕ ਦਾ ਹੀ ਸੇਵਾਦਾਰ ਬਣਾ। ਸੰਤਨ ਕੇ ਹਮ ਉਲਟੇ ਸੇਵਕ, ਭਗਤਨ ਤੇ ਡਰ ਪਾਵੋ। ਅਸੀਂ ਸਾਧੂਆਂ ਸੰਤਾਂ ਭਗਤਾਂ ਤੋਂ ਡਰਦੇ ਹਾਂ, ਭੈ ਵਿੱਚ ਰਹਿੰਦੇ ਹਾਂ। ਉਹਨਾਂ ਦੀ ਸੇਵਾ ਕਰਨ ਦੀ ਸਾਨੂੰ ਦਾਤ ਬਖਸ਼। ਇਹ ਸੰਸਾਰ ਤੇ ਤਬ ਹੀ ਛੂਟੋ, ਜੋ ਮਾਇਆ ਨਹਿ ਲਪਟਾਵੋ। ਸਾਧੂ ਦੀ ਸੰਗਤ ਹੀ ਮਾਇਆ ਤੋਂ ਉਪਰਾਮ ਕਰਦੀ ਹੈ। ਸੇਵਕ ਕਾ ਹੋਏ ਸੇਵਕ ਵਰਤਾਂ, ਕਰ ਕਰ ਬਿਨੋ ਬੁਲਾਈ। ਨਾਨਕ ਕੀ ਬੇਨੰਤੀ, ਹਰ ਪਹਿ ਗੁਰਮਿਲ ਗੁਰਸੁਖ ਪਾਈ। ਆਪਣੇ ਸੇਵਕਾਂ ਦਾ ਸੇਵਕ ਬਣਾ ਕੇ ਹੀ ਸਾਨੂੰ ਸੁਖ ਬਖਸ਼ ਦੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸਾਧੂ ਸੰਗ ਮਸਕਤੇ, ਤੂਠੈ ਪਾਵਾ ਦੇਵ। ਮਸਕਤ ਕਹਿੰਦੇ ਨੇ ਅਰਬੀ ਵਿੱਚ ਤਕਲੀਫ ਨੂੰ, ਕਸ਼ਟ ਨੂੰ, ਮਿਹਨਤ ਨੂੰ। ਸਾਧੂ ਬੜੀ ਮੁਸ਼ੱਕਤ ਘਾਲਦੇ ਨੇ, ਮਿਹਨਤ ਕਰਦੇ ਨੇ, ਨਾਮ ਜਪਦੇ ਨੇ। ਤੋ ਸਾਧੂ ਦੀ ਸੇਵਾ ਵਿੱਚ ਰਹਿ ਕੇ ਅਸੀਂ ਵੀ ਉਹਦੀ ਸੰਗਤ ਕਰਕੇ ਮਹਾਰਾਜ ਮੁਸ਼ੱਕਤ ਘਾਲੀਏ, ਤੇ ਸਾਨੂੰ ਐ ਗੁਰੂ ਨਾਨਕ ਅਕਾਲ ਪੁਰਖ ਤੂੰ ਦੇਵ ਰੂਪ ਪ੍ਰਾਪਤ ਹੋ ਜਾਵੇਂ। ਸਾਧੂ ਰਾਹੀਂ ਜਾਚ ਆ ਜਾਵੇ, ਤੇਰੀ ਪ੍ਰਾਪਤੀ ਦੀ ਮਿਲ ਸੰਗਤ ਸਾਧੂ ਉਭਰੇ। ਗੁਰ ਕਾ ਸ਼ਬਦ ਕਮਾਏ, ਭਜ ਮਿਲ ਸਾਧੂ ਸੰਗਤ ਜਨ ਕੀ। ਤਰ ਭੌਜਲ ਅਕਥ ਕਥਾ ਸੁਨ ਹਰ ਕੀ। ਸਾਧੂਆਂ ਦੀ ਸੰਗਤ ਵਿੱਚ ਹੀ ਭੌਜਲ ਤੋਂ ਪਾਰ ਲੰਘੀਦਾ ਹੈ। ਤੋ ਅੱਗੇ ਮਹਾਰਾਜ ਕਹਿੰਦੇ ਨੇ, ਸਭ ਕਿਛ ਵਸਗਤ ਸਾਹਿਬ, ਆਪੇ ਕਰਨ ਕਰੇਵ। ਐ ਪ੍ਰਮਾਤਮਾ, ਐ ਸਾਹਿਬ, ਸਭ ਤੇਰੇ ਹੱਥ ਵਿੱਚ ਹੈ। ਅਰਬੀ ਦਾ ਲਫ਼ਜ਼ ਹੈ ਸਾਹਿਬ, ਸਵਾਮੀ ਨੂੰ, ਮਾਲਕ ਨੂੰ ਕਹਿੰਦੇ ਨੇ। ਤੂੰ ਹੀ ਦੁਨੀਆ ਦਾ ਕਰਤਾ ਹਰਤਾ ਹੈ, ਤੂੰ ਹੀ ਜਗਤ ਨੂੰ ਉਪਾਇਆ ਹੈ। ਤੇਰੇ ਹੁਕਮ ਦੇ ਵਿੱਚ ਹੀ ਇਹ ਦੁਨੀਆ ਚੱਲਦੀ ਹੈ। ਤੋ ਐ ਅਕਾਲ ਪੁਰਖ ਕਰਤੇ, ਤੇਰੇ ਅੱਗੇ ਅਰਦਾਸ ਹੈ। ਉਹ ਕੀ ਹੈ? ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ, ਸਤਿਗੁਰ ਕੈ ਬਲਹਾਰਣੈ, ਮਨਸਾ ਸਭ ਪੂਰੇਵ। ਤੇਰੀ ਕਿਰਪਾ ਹੋਵੇ, ਗੁਰਾਂ ਦੀ ਸ਼ਰਨ ਜਾਵਾਂ, ਗੁਰੂ ਦੀ ਪ੍ਰਾਪਤੀ ਹੋਵੇ, ਆਪਾ ਗੁਰੂ ਪ੍ਰਤੀ ਸਮਰਪਿਤ ਕਰ ਦੇਵਾਂ, ਤੋ ਮੇਰੀ ਹਰ ਮਨਸਾ, ਮੇਰੀ ਆਸਾ ਪੂਰੀ ਹੋ ਜਾਵੇ। ਮੇਰੇ ਮਨ ਦੀ ਹਰ ਇੱਛਾ ਪੂਰਨ ਹੋ ਜਾਵੇ। ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ, ਤਾਂ ਆਸਾ ਮਨਸਾ ਸਭ ਪੂਰੇ। ਗੁਰੂ ਹਰ ਆਸਾ ਪੂਰੀ ਕਰਨ ਵਾਲਾ ਹੈ। ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਾ ਭਰਪੂਰੈ। ਸਾਰੇ ਹੀ ਸੁਖ ਗੁਰੂ ਦੀ ਸ਼ਰਨ ਜਾਇਆ ਮਿਲਦੇ ਨੇ। ਇਹ ਆਸਾ ਅਕਾਲ ਪੁਰਖ ਮੇਰੀ ਪੂਰੀ ਕਰਦੇ, ਮੈਨੂੰ ਪੂਰਾ ਗੁਰੂ ਨਾਨਕ ਮਿਲ ਜਾਵੇ। ਅੱਗੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਇੱਕੋ ਦਿਸੈ ਸੱਜਣੋ, ਇੱਕੋ ਭਾਈ ਮੀਤ। ਇੱਕ ਅਕਾਲ ਪੁਰਖ ਹੀ ਅਸਲ ਸਾਰਿਆਂ ਦਾ ਸੱਜਣ ਹੈ, ਜੋ ਸੁੱਖ ਦੁੱਖ ਵਿੱਚ ਨਾਲ ਹੈ। ਨਹੀਂ ਤੇ ਦੁਨਿਆਵੀ ਜਿਹੜੇ ਸੱਜਣ ਨੇ, ਇਹ ਸੁੱਖ ਵਿੱਚ ਤੇ ਨਾਲ ਨੇ, ਦੁੱਖ 'ਚ ਛੱਡਣਗੇ। ਜਿਵੇਂ ਗੁੜ ਹੋਵੇ, ਮਿੱਠਾ ਹੋਵੇ ਤੇ ਮੱਖੀਆਂ ਮੰਡਰਾਉਂਦੀਆਂ, ਗੁੜ ਮੁੱਕ ਜਾਵੇ ਤੇ ਮੱਖੀਆਂ ਉੱਡ ਜਾਂਦੀਆਂ। ਦੁਨਿਆਵੀ ਸੱਜਣਾ ਦੀ ਖੇਡ ਕੁਝ ਐਸੀ ਹੈ। ਸੱਜਣ ਮੇਰਾ ਏਕ ਤੂੰ, ਕਰਤਾ ਪੁਰਖ ਸੁਜਾਨ। ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਮੇਰਾ ਸੱਜਣ ਅਕਾਲ ਪੁਰਖ ਤੂੰ ਹੀ ਹੈ, ਲੋਕ ਪਰਲੋਕ ਵਿੱਚ ਵੀ ਤੂੰ ਸਾਥ ਨਹੀਂ ਛੱਡਦਾ।
ਇੱਕ ਸੈ ਦੀ ਸਾਮਗਰੀ, ਇੱਕ ਸੈ ਦੀ ਹੈ ਰੀਤ। ਇਹ ਜਿੰਨੀ ਵੀ ਸਮਗਰੀ ਹੈ, ਸੰਪੂਰਨਤਾ ਹੈ, ਨੈਚੁਰਲ ਰਿਸੋਰਸਿਸ ਨੇ, ਇਹ ਚੰਦ, ਇਹ ਤਾਰੇ, ਇਹ ਕੁਦਰਤ ਸਭ ਇੱਕ ਅਕਾਲ ਪੁਰਖ ਦੀ ਰਚੀ ਹੈ। ਰੀਤ ਦਾ ਭਾਵ ਹੈ ਮਰਿਆਦਾ। ਇਹ ਸਾਰੀ ਪਰਮਾਤਮਾ ਦੀ ਮਰਿਆਦਾ ਵਿੱਚ ਸ੍ਰਿਸ਼ਟੀ ਚੱਲਦੀ ਹੈ। ਉਹਦੇ ਹੁਕਮ ਤੋਂ ਬਾਹਰ ਪੱਤਾ ਵੀ ਨਹੀਂ ਹਿਲਦਾ। ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗਤ ਮਿਤ ਤੁਮ ਹੀ ਜਾਣੀ। ਕਿਵੇਂ ਦੁਨੀਆ ਹੁਕਮ 'ਚ ਚਲਾਉਣਾ ਇਹ ਤੂੰ ਹੀ ਜਾਣਦਾ ਹੈ, ਕੋਈ ਨਹੀਂ ਦੱਸ ਸਕਦਾ। ਇੱਕ ਸਸਿਓ ਮਨ ਮਾਨਿਆ ਤਾ ਹੋਆ ਨਿਹਚਲ ਚੀਤ। ਮੇਰਾ ਮਨ ਅਕਾਲ ਪੁਰਖ ਨੂੰ ਮੰਨਦਾ ਏ। ਮੈਂ ਭਾਵਨਾ ਵਾਲਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਗੁਰੂ ਪਰਮੇਸ਼ਰ ਤੇ। ਜਦੋਂ ਤੋਂ ਮੇਰਾ ਮਨ ਗੁਰੂ ਪਰਮੇਸ਼ਰ ਨੂੰ ਮੰਨਦਾ ਹੈ, ਉਹਦੇ ਤੇ ਮੈਨੂੰ ਨਿਸ਼ਚਾ ਹੋ ਗਿਆ ਹੈ। ਮੇਰਾ ਮਨ ਨਿਹਚਲ ਹੋ ਗਿਆ, ਅਡੋਲ ਹੋ ਗਿਆ। ਹੁਣ ਰੋਗਾਂ ਸੋਗਾਂ ਵਿੱਚ, ਚਿੰਤਾਵਾਂ ਵਿੱਚ ਭੜਕਦਾ ਨਹੀਂ ਹੈ। ਸੇ ਮੱਥੇ ਨਿਹਚਲ ਰਹੇ, ਜਿਨ ਗੁਰ ਧਰਿਆ ਹੱਥ। ਗੁਰ ਅੰਮ੍ਰਿਤ ਨਾਮ ਪਿਆਲਿਆ, ਜਨਮ ਮਰਨ ਕਾ ਪਥ। ਗੁਰ ਪਰਮੇਸ਼ਰ ਸੇਵਿਆ, ਭੈ ਭੰਜਨ ਦੁਖ ਲੱਥ। 84 ਲੱਖ ਜੂਨਾਂ ਦੀ ਭੜਕਣਾ ਵੀ ਮਿਟ ਗਈ, ਤੋ ਪਦਾਰਥਾਂ ਵਿੱਚ ਭੜਕਣਾ ਵੀ ਮਿਟ ਗਈ। ਅਖੀਰਲੀ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ, ਸੱਚ ਖਾਣਾ ਸੱਚ ਪਹਿਨਣਾ, ਟੇਕ ਨਾਨਕ ਸੱਚ ਕੀਤ। ਸੱਚ ਨੂੰ ਹੀ ਅਸੀਂ ਪਹਿਨ ਲਿਆ ਹੈ, ਸੱਚ ਦਾ ਹੀ ਭੋਜਨ ਕੀਤਾ ਹੈ। ਭਾਵ ਸੱਚ ਦੇ ਧਾਰਨੇ ਵਾਲੇ ਅਸੀਂ ਬਣ ਗਏ ਹਾਂ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਅਸੀਂ ਸੱਚ ਦੇ ਹੀ ਆਸਰੇ ਹੋ ਗਏ ਹਾਂ। ਤੋ ਜਿਹੜੇ ਸੱਚ ਦੇ ਆਸਰੇ ਹੋ ਜਾਂਦੇ ਨੇ, ਉਹ ਸੱਚ ਸਰੂਪ ਅਕਾਲ ਵਿੱਚ ਅਭੇਦ ਹੋ ਕੇ ਸਦਾ ਸੁਖ ਮਾਣਦੇ ਨੇ। ਔਰ ਸਰੀਰ ਮਿਟਣ ਤੋਂ ਬਾਅਦ ਵੀ ਉਹਨਾਂ ਦਾ ਨਾਮ ਸੱਚ ਹੈ, ਪ੍ਰਗਟ ਰਹਿੰਦਾ ਹੈ। ਤੋ ਐਸੀ ਸਿੱਖਿਆ ਗੁਰਦੇਵ ਨੇ ਸਾਨੂੰ ਬਖਸ਼ੀ ਹੈ। ਭੁੱਲ ਚੁੱਕ ਦੀ ਖਿਮਾ, ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ, ਦਿੱਲੀ ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਗੁਰੂ ਕੇ ਵਜ਼ੀਰਾਂ ਦਾ, ਸੰਗਤ ਦਾ ਧੰਨਵਾਦ, ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਦੇਖੋ।